ਸੋ ਨਾ ਨਾਥ ਅਨਾਥ ਨਾਮੋ ਸਰ 200 ਨਾ ਦਾਨੀ ਨਾਮੋ ਸੋ ਭਿਖਾਰੀ ਮੋਸੋ ਨਾ ਦੀਨ ਦਇਆਲ ਨਾ ਤੋ ਸਰ ਮੋਸੋ ਵਿਕਾਰੀ ਨਾ ਤੋ ਸੋ ਪੁਕਾਰੀ ਮੋਸੋ ਨਾ ਪਤਿਤ ਨਾ ਪਾਵਨ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਤ ਲਿਓਟ ਤੁਹਾਰੀ ਬਖਸ਼ੀ ਗੁਰ ਮੇਰਿਆ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਉਹ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੀ ਗੁਰ ਮੇਰਿਆ
ਬਹੁਤੇ ਨੇ ਅਵਗੁਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ। ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ। ਓ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ। ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ। ਬਹੁਤੇ ਨੇ ਔਗਣ ਮੇਰੇ, ਬਹੁਤੇ ਨੇ ਔਗਣ ਮੇਰੇ, ਬਹੁਤੇ ਨੇ ਔਗਣ ਮੇਰੇ, ਬਹੁਤੇ ਨੇ ਔਗਣ ਮੇਰੇ। ਓ ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ। ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ, ਬਹੁਤੇ ਨੇ ਅਵਗੁਣ ਮੇਰੇ। ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ। ਓ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ। ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ, ਬਖਸ਼ੀ ਗੁਰ ਮੇਰਿਆ ਬਹੁਤੇ ਨੇ ਅਵਗੁਣ ਮੇਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਪਰਮ ਪੈ ਭੂਲੇ। ਸੁਤਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਕਹਿ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਗੁਰੂ ਰਾਮਦਾਸ ਰਾਖੋ ਸ਼ਰਣਾਈ, ਦਸ ਮੁੰਦ ਸਾਗਰ ਨੀਰ ਭਰਿਆ। तेते औगुण हमारे, दया करो किछ मेरे उपावो। दया करो दया करो किछ मेरे उपावो। डुबदे पत्थर तारे, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀ। ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ,
ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਜੀ ਤਾਰਨ ਵਾਲਿਆ ਜੀ ਤਾਰਨ ਵਾਲਿਆ ਸਾਡਾ ਬੇੜਾ ਪਾਰ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਉਹ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਸੋ ਕਰਨਾ ਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਜੁੜ ਵਿੜ ਕੇ ਬੈਠੇ ਸਰਬ ਮਾਈ ਔਰ ਭਾਈ, ਆਓ ਸਭ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕ ਵਾਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਪਿਆਰਿਓ, ਬਹੁਤ ਵੱਡੀ ਕਿਰਪਾ ਮਹਾਰਾਜ ਦੀ ਹੋ ਰਹੀ ਹੈ। ਮਿਲ ਕੇ ਬੈਠਣ ਦਾ ਸੁਭਾਗ ਸਮਾਂ, ਸੁਭਾਗੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋ ਰਹੀਆਂ ਨੇ। ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਕਾਗਰਤਾ ਬਣਾ ਕੇ ਬਹਿਣਾ ਪਊਗਾ, ਤਨ ਕਰਕੇ ਵੀ ਤੇ ਮਨ ਕਰਕੇ ਵੀ ਹਾਜ਼ਰ ਹੋਣਾ ਪਊਗਾ। ਫਿਰ ਪੂਰਾ ਪੂਰਾ ਲਾਹਾ ਆਪਾਂ ਨੂੰ ਪ੍ਰਾਪਤ ਹੋਊਗਾ। ਕਈ ਵਾਰੀ ਤਨ ਹਾਜ਼ਰ ਹੁੰਦਾ ਹੈ ਤੇ ਮਨ ਕਿਤੇ ਹੋਰ ਚਲਿਆ ਜਾਂਦਾ ਹੈ। ਜੇ ਮਨ ਗੈਰ ਹਾਜ਼ਰ ਹੋ ਗਿਆ ਫਿਰ ਲਾਹਾ ਨਹੀਂ ਮਿਲਦਾ ਹੁੰਦਾ। ਪਾਰਵਤੀ ਨੂੰ ਅਮਰ ਕਰਨ ਵਾਸਤੇ ਸ਼ਿਵ ਜੀ ਮਹਾਰਾਜ ਨੇ ਅਮਰ ਕਥਾ ਸ਼ੁਰੂ ਕੀਤੀ ਤੇ ਸ਼ਰਤ ਕੀ ਰੱਖੀ ਸੀ? ਕਹਿੰਦੇ ਪਾਰਵਤੀਏ ਤੈਨੂੰ ਪੂਰਾ ਲਾਹਾ ਫਿਰ ਮਿਲੂਗਾ, ਹੁੰਗਾਰਾ ਦਿੰਦੀ ਨਹੀਂ। ਹੁੰਗਾਰਾ ਦੇਈ ਚੱਲੀ, ਤੈਨੂੰ ਕਥਾ ਦਾ ਪੁੰਨ ਮਿਲ ਜੂਗਾ। ਕਥਾ ਨੂੰ ਸੁਣਨ ਦਾ ਗੁਰਮੁਖੋ ਪੁੰਨ ਬਹੁਤ ਵੱਡਾ ਹੁੰਦਾ ਹੈ। ਜੇ ਕਿਤੇ ਮਨ ਲਾ ਕੇ ਤੂੰ ਸੁਣ ਲੈ, ਹਜੂਰ ਕਹਿੰਦੇ ਐ ਸੁਣਿਐ ਦੁਖ ਪਾਪ ਕਾ ਨਾਸ਼। ਦੁੱਖਾਂ ਦਾ ਖਾਤਮਾ ਹੁੰਦਾ ਸੁਣਨ ਦੇ ਨਾਲ। ਵਾਹਿਗੁਰੂ ਦੇ ਨਾਮ ਨੂੰ ਸੁਣਨਾ, ਵਾਹਿਗੁਰੂ ਦੀ ਕਥਾ ਨੂੰ ਸੁਣਨਾ, ਇਹ ਤੇਰੇ ਪਾਪਾਂ ਦਾ ਖਾਤਮਾ ਕਰ ਦਿੰਦੀ ਹੈ। ਤੇ ਪਾਪ ਖਤਮ ਹੋ ਗਏ ਤੇ ਪਾਪਾਂ ਦਾ ਫਲ ਹੀ ਦੁੱਖ ਹੁੰਦਾ ਹੈ। ਜਦੋਂ ਪਾਪ ਹੀ ਮੁੱਕ ਗਏ ਫਿਰ ਤੇਰੇ ਤੇ ਦੁੱਖ ਕੀ ਆਊਗਾ? ਇਸ ਵਾਸਤੇ ਮਹਾਰਾਜ ਕਹਿੰਦੇ ਆ ਤੂੰ ਸੁਣੀ ਚੱਲ। ਸ਼ਾਸਤਰ ਵਿੱਚ ਬਚਨ ਆਉਂਦੇ ਐ, ਕਹਿੰਦੇ ਜਥਾ ਵਿਅਥਾ ਤਥਾ ਕਥਾ। ਕਿੰਨਾ ਚਿਰ ਸੁਣੀ? ਜਿੰਨਾ ਚਿਰ ਤੇਰੀ ਵਿਅਥਾ ਖਤਮ ਨਹੀਂ ਹੁੰਦੀ ਉਹਨਾਂ ਚਿਰ ਸੁਣੀ ਚੱਲ, ਸੁਣਦਾ ਹੀ ਰਹੇ। ਭੋਲੇ ਨਾਰਾਇਣ ਕਹਿੰਦੇ ਪਾਰਵਤੀਏ ਅਸੀਂ ਕਥਾ ਸੁਣਾਵਾਂਗੇ, ਹੁੰਗਾਰਾ ਨਹੀਂ।
ਕਹਿੰਦੀ ਮਹਾਰਾਜ ਮੈਂ ਹੁੰਗਾਰਾ ਜ਼ਰੂਰ ਦਊਂਗੀ। ਕਥਾ ਸ਼ੁਰੂ ਹੋ ਗਈ, ਕੁਝ ਸਮਾਂ ਹੁੰਗਾਰਾ ਦਿੰਦੀ ਰਹੀ ਤੇ ਖੋਟਾ ਕਰਮ ਜਾਗ ਪਿਆ ਪਾਰਵਤੀ ਦਾ। ਨੀਂਦ ਆ ਗਈ, ਹੁੰਗਾਰਾ ਕੋਈ ਹੋਰ ਹੀ ਦਿੰਦਾ ਰਿਹਾ ਤੇ ਲਾਹਾ ਕੋਈ ਹੋਰ ਹੀ ਲੈ ਗਿਆ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਕਈ ਵਾਰੀ ਐਂ ਵੀ ਹੋ ਜਾਂਦਾ ਹੈ। ਤੈਨੂੰ ਇਕਾਗਰਤਾ ਬਣਾ ਕੇ ਸੁਣਨਾ ਪਊਗਾ ਪਹਿਲੀ ਸਟੇਜ ਵਿੱਚ, ਤੇ ਜਿਵੇਂ ਜਿਵੇਂ ਸੁਣਦਾ ਜਾਏਗਾ ਤੇਰੇ ਤੇ ਕਿਰਪਾ ਹੁੰਦੀ ਜਾਊਗੀ। ਮਹਾਰਾਜ ਕਹਿੰਦੇ ਆ ਸੁਣਿਆ ਸਿੱਧ ਪੀਰ ਸੁਰਨਾਥ, ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ ਜੇ ਸੁਣਦਾ ਜਾਏਗਾ। ਪਹਿਲੀ ਸਟੇਜ ਵਿੱਚ ਤੂੰ ਸੁਣ, ਫਿਰ ਤੇਰੇ ਤੇ ਕਿਰਪਾ ਹੋਊਗੀ। ਹਜੂਰ ਬਾਣੀ ਵਿੱਚ ਕਹਿੰਦੇ ਐ, ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ। ਗੱਜ ਵੱਜ ਕੇ ਸਾਰੇ ਬੋਲਿਓ। ਪਹਿਲਾਂ ਦਾਸ, ਫਿਰ ਜਥਾ, ਪ੍ਰੇਮੀ ਸੱਜਣ, ਤੀਜੇ ਹਿੱਸੇ 'ਚ ਸਾਰੀਆਂ ਬੀਬੀਆਂ ਭੈਣਾਂ ਭਾਈ ਪਿਆਰ ਦੇ ਨਾਲ ਬੋਲਣਾ। ਇਕਾਗਰਤਾ ਬਣਾ ਕੇ ਬੈਠੋ। ਆ ਪਾਣੀ ਪਿਲਾਉਣ ਵਾਲੇ ਹਟ ਜਾਓ ਬਈ, ਇਹ ਖਾਣ ਪੀਣ ਨਹੀਂ ਮੁੱਕਣਾ ਕੋਈ ਨਾ, ਇਹਨੂੰ ਬੰਦ ਕਰ ਦਿਓ। ਇਕਾਗਰਤਾ ਨਹੀਂ ਬਣਨੀ ਫਿਰ ਇੱਥੇ। ਕਿਤੇ ਘੰਟਾ ਕੀਰਤਨ ਨਹੀਂ ਸੁਣਨਾ ਸੰਗਤਾਂ ਨੇ, ਕਿਤੇ ਬਾਰਡਰ ਤੇ ਥੋੜੀ ਖੜੇ ਐ। ਸਾਡਾ ਜ਼ੋਰ ਲੱਗਦਾ, ਸਾਨੂੰ ਪਾਣੀ ਕੌਣ ਪਿਲਾਊਗਾ? ਫਿਰ ਆ ਚਿਮਟੇ ਵੱਜਦੇ ਆ, ਢੋਲਕੀਆਂ ਵੱਜਦੀਆਂ। ਇਕਾਗਰਤਾ ਬਣਾ ਕੇ ਬੈਠੋ, ਸੁਣੋ, ਚੌਂਕੜੀਆਂ ਮਾਰ ਕੇ ਬੈਠੋ ਭਾਈ, ਇਹ ਗੁਰੂ ਦਾ ਘਰ ਹੈ। ਚੌਂਕੜੀ ਮਾਰ ਲਾ ਵੀ ਗੁਰਮੁਖਾ, ਸੁਣਦਾ ਨਹੀਂ ਸਪੀਕਰ ਲੱਗਦਾ ਹਜੇ। ਇਹ ਵੀ ਚੀਕਾਂ ਜਿਹਾ ਮਾਰਦਾ, ਸੈੱਟ ਕਰ ਭਾਈ ਇਹਨੂੰ। ਗੱਜ ਵੱਜ ਕੇ ਸਾਰੇ ਬੋਲੋ, ਚੌਂਕੜੀ ਮਾਰ ਲਓ ਗੁਰਮੁਖੋ। ਨਹੀਂ ਪਿੱਛੇ ਬੈਠੋ ਜਾ ਕੇ, ਫਿਰ ਤੇ ਮੈਨੂੰ ਹੀ ਗੱਟੇ ਦਿਖਾਈ ਜਾਂਦੇ ਹੋ, ਉੱਥੇ ਬੈਠੋ ਮਗਰ ਜਾ ਕੇ। ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਬੋਲੋ ਭੈਣਾਂ ਪੜੋ। ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਸੁਣ ਲਈ ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਸੁਣ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ, ਉਹ ਤਾਂ ਸਿੱਧ ਪੀਰ ਹੋ ਗਏ। ਉਹ ਤਾਂ ਸਿੱਧ ਜੀ ਪੀਰ ਹੋ ਗਏ। ਉਹ ਤਾਂ ਸਿੱਧ ਜੀ ਪੀਰ ਹੋ ਗਏ। ਓਏ ਉਹ ਤਾਂ ਸਿੱਧ ਜੀ ਪੀਰ ਹੋ ਗਏ। 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 ਸੁਣ ਲਈ ਗੁਰਾਂ
ਲਈ ਗੁਰਾਂ ਦੀ ਬਾਣੀ ਹੋਤਾ ਸਹਿਜ ਸੁਣ ਲਈ ਗੁਰਾਂ ਦੀ ਬਾਣੀ ਹੋਤਾ ਸਿੱਧ ਪੀਰ ਹੋ ਗਏ ਜਿਨ੍ਹਾਂ ਸੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ। ਜਿਹਨੇ ਸੁਣਿਆ ਤੇ ਸੁਣ ਕੇ ਮੰਨ ਲਿਆ ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਆਪਾਂ ਵਿਚਾਰ ਸ਼ੁਰੂ ਕਰੀਏ। ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਬਾਬਾ ਪ੍ਰੇਮਦਾਸ ਜੀ ਮਹਾਰਾਜ ਜਦੋਂ ਤੋਂ ਦੁਨੀਆ ਬਣੀ ਹੈ ਹਰੇਕ ਯੁੱਗ ਵਿੱਚ ਰੱਬ ਦੇ ਪਿਆਰੇ ਧਰਤੀ ਤੇ ਆਉਂਦੇ ਆਏ ਹੈ। ਸ਼ਾਸਤਰ ਵਿੱਚ ਵਚਨ ਆਉਂਦੇ ਹੈ, ਕਹਿੰਦੇ ਰੱਬ ਨੂੰ ਲੋੜ ਨਹੀਂ ਸੀ ਦੁਨੀਆ ਬਣਾਉਣ ਦੀ। ਅਕਾਲ ਪੁਰਖ ਆਪਣੇ ਆਨੰਦ ਵਿੱਚ ਬੈਠਾ ਸੀ, ਫਿਰ ਉਹਨੇ ਸੰਸਾਰ ਕਿਉਂ ਬਣਾਤਾ ਬਈ? ਉਹਨੂੰ ਕੀ ਲੋੜ ਪੈ ਗਈ? ਜਦੋਂ ਕੁਝ ਵੀ ਨਹੀਂ ਸੀ ਬਣਿਆ ਉਸ ਸਮੇਂ ਕੀ ਸੀ? ਇਹ ਗੱਲ ਸਾਨੂੰ ਕੌਣ ਦੱਸੂਗਾ? ਇਹ ਧੁਰ ਕੀ ਬਾਣੀ ਸਾਨੂੰ ਦੱਸਦੀ ਹੈ। ਹਜੂਰ ਕਹਿੰਦੇ ਐ ਅਰਬਦ ਨਰਬਦ ਧੁੰਦੂਕਾਰ ਲੈ ਆਏ। ਧੁੰਦੂਕਾਰਾ ਹੀ ਸੀ, ਹਨੇਰਾ ਹੀ ਹਨੇਰਾ ਸੀ। ਉਦੋਂ ਕੀ ਸੀ ਇੱਥੇ? ਤਾੜੀ ਲਾਈ ਅਪਰ ਅਪਾਰਾ। ਅਕਾਲ ਪੁਰਖ ਤਾੜੀ ਲਾ ਕੇ ਸਮਾਧੀ ਲਾ ਕੇ ਬੈਠਾ ਸੀ। ਵੇਖ ਲਓ ਰੱਬ ਵੀ ਸਮਾਧੀ ਲਾਉਂਦਾ ਹੈ। ਰੱਬ ਸਮਾਧੀ 'ਚ ਸੀ। ਫਿਰ ਉਹਨੇ ਕੀ ਕੀਤਾ? ਇੱਕ ਫੁਰਨੇ ਦੇ ਨਾਲ ਉਹਨੇ ਸੰਸਾਰ ਬਣਾਇਆ। ਬਣਾਇਆ ਕਾਹਦੇ ਵਾਸਤੇ? ਕਹਿੰਦੇ ਉਹਨੂੰ ਲੋੜ ਨਹੀਂ ਸੀ ਕੋਈ, ਉਹਨੇ ਬਣਾਤਾ ਸੰਸਾਰ। ਕਹਿੰਦੇ ਸੰਤੋਂ ਕਾਰਨ ਸਭ ਰਚਾ ਸਗਲ ਜਿਵੀ ਅਸਮਾਨ। ਚੰਦ ਸੂਰਜ ਪਾਣੀ ਪਵਨ ਯਗ ਤੀਰਥ ਔਰ ਦਾਨ। ਉਹਨੇ ਆਪਣੇ ਪਿਆਰਿਆਂ ਵਾਸਤੇ ਸਭ ਕੁਝ ਬਣਾਤਾ। ਧਰਤੀ ਸਾਜੀ, ਜੰਗਲ ਵੇਲੇ ਸਾਜ ਤੇ, ਤੀਰਥ ਬਣਾਤੇ ਕਿ ਮਹਾਤਮਾ ਧਰਤੀ ਤੇ ਆਉਣਗੇ, ਬੰਦਗੀ ਕਰਨ ਵਾਲੇ ਧਰਤੀ ਤੇ ਆਉਣਗੇ। ਹਜੂਰ ਕਹਿੰਦੇ ਐ ਸਗਲੀ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ। ਧਰਤੀ ਹੈ ਹੀ ਸਾਧੂਆਂ ਦੀ, ਉਹਨੇ ਬਣਾਈ ਹੋਈ ਸਾਧੂਆਂ ਵਾਸਤੇ। ਹਰ ਯੁੱਗ 'ਚ ਉਹਦੇ ਪਿਆਰੇ ਧਰਤੀ ਤੇ ਆਏ ਐ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ 'ਚ ਉਹਦੇ ਪਿਆਰੇ ਧਰਤੀ ਤੇ ਆਉਂਦੇ ਰਹੇ। ਆਪਾਂ ਵਿਚਾਰ ਸ਼ੁਰੂ ਕਰੀਏ। ਮਹਾਰਾਜ ਕਹਿੰਦੇ ਆ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਡਾਰੀ ਰੇ। ਉਹਨਾਂ ਦੀ ਗੱਲ ਹੀ ਵੱਖਰੀ ਹੈ ਜਿਹੜੇ ਉਹਦੇ ਪਿਆਰੇ ਉਹਨੂੰ ਭਾ ਜਾਂਦੇ ਆ। ਬਗਦਾਦ ਦੀ ਧਰਤੀ ਤੇ ਜਨਮ ਹੋਏ ਗੁਰਮੁਖੋ ਮਨਸੂਰ ਦਾ। ਇਸਲਾਮ ਦੇ ਵਿੱਚ ਪੈਦਾ ਹੋਏ ਕਿਉਂਕਿ ਰੱਬ ਦੇ ਪਿਆਰੇ ਹਰ ਜਗ੍ਹਾ ਹਰ ਮਜ਼ਹਬ ਵਿੱਚ ਪੈਦਾ ਹੁੰਦੇ ਆਏ। ਉਦਾਂ ਰੱਬ ਦੇ ਪਿਆਰਿਆਂ ਦਾ ਮਜ਼ਹਬ ਕੋਈ ਨਹੀਂ ਹੁੰਦਾ। ਸੂਰਜ ਦਾ ਧਰਮ ਕੋਈ ਨਹੀਂ, ਸੂਰਜ ਦਾ ਮਜ਼ਹਬ ਕੋਈ ਨਹੀਂ। ਸੂਰਜ ਨੂੰ ਪੰਜਾਬੀ ਵੀ ਨਹੀਂ ਆਪਾਂ ਕਹਿ ਸਕਦੇ, ਕੈਨੇਡਾ ਵਾਲਾ ਵੀ ਨਹੀਂ ਕਹਿ ਸਕਦੇ। ਸੂਰਜ ਤੇ ਸੂਰਜ ਹੈ। ਇਸੇ ਤਰ੍ਹਾਂ ਗੁਰੂ ਮਹਾਤਮਾ ਉਹਨਾਂ ਦਾ ਕੋਈ ਧਰਮ ਮਜ਼ਹਬ ਨਹੀਂ ਹੁੰਦਾ, ਪਰ ਸੰਸਾਰ ਦੇ ਲੋਕ ਉਹਨਾਂ ਨੂੰ ਕੋਈ ਨਾ ਕੋਈ ਨਾਂ ਦੇ ਦਿੰਦੇ ਹੈ। ਉਦਾਂ ਅਕਾਲ ਪੁਰਖ ਦਾ ਵੀ ਧਰਮ ਕੋਈ ਨਹੀਂ ਗੁਰਮੁਖੋ। ਜੇ ਕੋਈ ਪੁੱਛ ਲੈ ਰੱਬ ਦੀ ਜਾਤ ਕਿਹੜੀ ਹੈ, ਰੱਬ ਦਾ ਧਰਮ ਕਿਹੜਾ ਹੈ? ਕਲਗੀਧਰ ਜੀ ਨੇ ਸਾਫ਼ ਕਹਿਤਾ। ਮਹਾਰਾਜ ਕਹਿੰਦੇ ਐ ਚੱਕਰ ਚਹਿਨ ਅਰ ਵਰਨ ਜਾਤ ਰੂਪਾਤ ਨਹਿਨ ਜੈ। ਰੂਪ ਰੰਗਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ। ਕਹਿੰਦੇ ਰੱਬ ਦਾ ਰੂਪ ਰੰਗ ਹੀ ਕੋਈ ਨਹੀਂ, ਉਹਦੀ ਜਾਤ ਪਾਤ ਦਾ ਪਤਾ ਹੀ ਨਹੀਂ। ਕੋਈ ਨਾ ਮੈਂ ਇਕੱਲਾ ਹੀ ਬੜਾ ਕਥਾ ਨੂੰ, ਨਾ ਪਾ ਰੌਲਾ ਬਈ, ਟਿਕ ਜਾ। ਉਹਦੀ ਜਾਤ ਪਾਤ ਕੋਈ ਨਹੀਂ, ਉਹਦਾ ਰੂਪ ਰੇਖ ਕੋਈ ਨਹੀਂ, ਉਹਦਾ ਲਿਬਾਸ ਕੋਈ ਨਹੀਂ। ਅੱਜ ਕੱਲ ਵੇਖ ਲਓ ਆਪਣਾ ਲਿਬਾਸਾਂ ਦਾ ਕਿੰਨਾ ਰੌਲਾ ਹੈ।
ਪਰ ਕਲਗੀਧਰ ਜੀ ਕਹਿੰਦੇ ਇਹ ਰੱਬ ਦਾ ਪਤਾ ਹੀ ਨਹੀਂ ਲੱਗਿਆ ਵੀ ਰੱਬ ਚੋਲਾ ਪਾਉਂਦਾ ਕਿ ਰੱਬ ਪੈਂਟ ਪਾਉਂਦਾ ਹੈ। ਰੱਬ ਪੱਗ ਬੰਨਦਾ ਕਿ ਬੋਦੀ ਰੱਖਦਾ ਹੈ, ਉਹਦਾ ਭੇਤ ਹੀ ਨਹੀਂ ਆਇਆ ਕਿਸੇ ਨੂੰ। ਅੱਗੇ ਫਿਰ ਮਹਾਤਮਾ ਕਹਿੰਦੇ ਐ ਨਾ ਵੈ ਪੁਰਸ਼ ਨਹੀਂ ਵੈ ਨਾਰੀ, ਜਾ ਕੋ ਖੋਜ ਰਹੇ ਤ੍ਰਿਪੁਰਾਰੀ। ਲੈ ਰੱਬ ਦਾ ਇਹ ਵੀ ਨਹੀਂ ਪਤਾ ਲੱਗਿਆ ਬਈ ਉਹ ਬੰਦਾ ਕਿ ਬੁੜੀ ਹੈ, ਉਹਨੂੰ ਜਿਹੜੇ ਮਰਜ਼ੀ ਰੂਪ ਚ ਧਿਆਲਾ ਹੈ। ਬਗਦਾਦ ਦੀ ਧਰਤੀ ਤੇ ਮਨਸੂਰ ਪੈਦਾ ਹੋਏ ਹੈ। ਪਹਿਲਾ ਜੀਵਨ ਇਹਨਾਂ ਦਾ ਕੀ ਹੈ? ਇਹਨਾਂ ਦੀ ਭੈਣ ਰੱਬ ਦੀ ਬੰਦਗੀ ਕਰਦੀ ਸੀ, ਉਹਦਾ ਨਾਂ ਸੀ ਅਨਲ। ਉਹ ਸਾਧੂਆਂ ਮਹਾਪੁਰਖਾਂ ਦੀ ਸੰਗਤ ਕਰਨੀ, ਉਹਨੇ ਭਗਤੀ ਕਰਨੀ, ਬੰਦਗੀ ਕਰਨੀ, ਤੇ ਸਿਮਰਨ ਕਰਦਿਆਂ ਕਰਦਿਆਂ ਬੰਦਗੀ ਕਰਦਿਆਂ ਕਰਦਿਆਂ ਉਹਦੀ ਸੁਰਤ ਉੱਚੀ ਉੱਠ ਗਈ ਸੀ। ਗੁਰਮੁਖੋ, ਜਦੋਂ ਸੁਰਤ ਉੱਚੀ ਉੱਠਦੀ ਹੈ ਉਦੋਂ ਗੁਰਮੁਖੋ ਸਾਡੇ ਮਨ ਦੇ ਵਕਾਰ ਇਹਨਾਂ ਨਾਲ ਲੜਨਾ ਨਹੀਂ ਪੈਂਦਾ, ਸਹਿਜ ਸੁਭਾਏ ਸਾਡੇ ਅਨੁਕੂਲ ਹੋ ਜਾਂਦੇ ਹੈ। ਜਿੰਨਾ ਚਿਰ ਸੁਰਤ ਤੇਰੀ ਥੱਲੇ ਦੇ ਕੇਂਦਰਾਂ ਵਿੱਚ ਹੈ, ਤੂੰ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਉੱਚਾ ਨਹੀਂ ਉੱਠ ਸਕਦਾ। ਉਹਨਾਂ ਚਿਰ ਬੰਦਾ ਇਹਨਾਂ 'ਚ ਹੀ ਅਲਝਿਆ ਰਹਿੰਦਾ ਹੈ। ਪਰ ਜਿਵੇਂ ਸਿਮਰਨ ਦੇ ਬਲ ਨਾਲ ਸੁਰਤ ਉੱਚੀ ਜਾਂਦੀ ਹੈ, ਫਿਰ ਕਾਮ ਕਾਮਨਾ ਬਣ ਜਾਂਦਾ ਹੈ, ਕ੍ਰੋਧ ਵੀਰ ਰਸ ਬਣ ਜਾਂਦਾ ਹੈ, ਮੋਹ ਪਿਆਰ ਬਣ ਜਾਂਦਾ ਹੈ, ਲੋਭ ਸਬਰ ਬਣ ਜਾਂਦਾ ਹੈ, ਹੰਕਾਰ ਅਣਖ ਬਣ ਜਾਂਦਾ ਹੈ। ਇਹ ਬੀਬੀ ਅਨਲ ਇਹ ਭਗਤੀ ਕਰਦੀ ਸੀ, ਨੌਜਵਾਨ ਉਮਰ ਸੀ, ਇਹਦੀ ਸੁਰਤ ਉੱਚੀ ਉੱਠ ਗਈ, ਉੱਚੀਆਂ ਮੰਡਲਾਂ ਤੱਕ ਇਹਦੀ ਸੁਰਤ ਉਡਾਰੀਆਂ ਮਾਰਦੀ ਹੈ। ਤੇ ਜੰਗਲ ਦੇ ਵਿੱਚ ਮਹਾਪੁਰਖ ਰਹਿੰਦੇ ਸੀ, ਰੱਬ ਦੇ ਪਿਆਰੇ ਸਾਧੂ। ਇਹ ਫਿਰ ਸ਼ਾਮਾਂ ਨੂੰ ਉਹਨਾਂ ਦੇ ਅਸਥਾਨ ਤੇ ਚਲੇ ਜਾਇਆ ਕਰੇ ਤੇ ਦਿਨ ਚੜੇ ਮੁੜ ਆਇਆ ਕਰੇ। ਲੰਗਰ ਪ੍ਰਸ਼ਾਦਾ ਪਕਾ ਕੇ ਲਿਜਾਂਦੀ ਹੈ। ਤੇ ਬਸ ਫਿਰ ਲੋਕ ਗੱਲਾਂ ਬੜੀਆਂ ਕਰਦੇ ਐ, ਇਹ ਕਿਉਂ ਜਾਂਦੀ ਹੈ ਬਈ? ਇਹਦਾ ਕੰਮ ਕੀ ਸਾਧੂਆਂ ਦੇ ਡੇਰੇ ਜਾਣ ਦਾ? ਦੁਨੀਆ ਬੜੀਆਂ ਗੱਲਾਂ ਕਰਦੀ ਹੈ, ਤਰ੍ਹਾਂ ਤਰ੍ਹਾਂ ਦੇ ਸ਼ੰਕੇ। ਮਨਸੂਰ ਦੇ ਮਨ ਵਿੱਚ ਬੜੇ ਸ਼ੱਕ ਪਾਤੇ, ਮਨਸੂਰਾ ਉਹ ਤੇਰੀ ਭੈਣ ਸਾਧੂਆਂ ਦੇ ਡੇਰੇ ਚਲੇ ਜਾਂਦੀ ਹੈ, ਤੂੰ ਇਹਨੂੰ ਰੋਕ। ਬੜੇ ਸ਼ੰਕੇ ਪੈ ਗਏ। ਇਹ ਸ਼ੰਕਾ ਤੇ ਸ਼ਰਧਾ ਗੁਰਮੁਖੋ ਕਦੇ ਇਕੱਠੀਆਂ ਨਹੀਂ ਰਹਿੰਦੀਆਂ ਹੁੰਦੀਆਂ। ਜਦੋਂ ਸ਼ੰਕਾ ਪੈ ਜੇ ਬੰਦੇ ਦੇ ਮਨ ਵਿੱਚ, ਉਦੋਂ ਸ਼ਰਧਾ ਖਤਮ ਹੋ ਜਾਂਦੀ ਹੁੰਦੀ ਹੈ। ਅੱਜ ਗੁਰਮੁਖੋ ਸਾਨੂੰ ਕਿਸੇ ਤੇ ਸ਼ੰਕਾ ਨਹੀਂ, ਕਿਸੇ ਡਾਕਟਰ ਤੇ ਸ਼ੰਕਾ ਨਹੀਂ, ਆਪਾਂ ਮਰਜ਼ੀ ਨਾਲ ਇਲਾਜ ਕਰਾਉਣ ਚਲੇ ਜਾਈਦੇ। ਕਿਸੇ ਇੰਜੀਨੀਅਰ ਤੇ ਸ਼ੱਕ ਕੋਈ ਨਹੀਂ ਵੀ ਇਹ ਜਾਣਦਾ ਵੀ ਇਹ ਕੁਝ। ਚੁੱਪ ਕਰਕੇ ਟ੍ਰੇਨ ਚੜ ਜਾਈਦੇ, ਕੋਈ ਸ਼ੱਕ ਨਹੀਂ ਕਿਸੇ ਡਰਾਈਵਰ ਤੇ ਵੀ ਪਹੁੰਚਾ ਵੀ ਦਊਗਾ। ਚੁੱਪ ਕਰਕੇ ਬੱਸ ਚੜ ਜਾਈਦਾ, ਕੋਈ ਸ਼ੱਕ ਨਹੀਂ ਕਿਸੇ ਡਰਾਈਵਰ ਤੇ ਵੀ ਮੋਗੇ ਪਹੁੰਚਾਊਗਾ ਕਿ ਰਾਹ 'ਚ ਹੀ। ਚਲੋ ਕਾਹਨੂੰ ਕਹਿਣਾ ਹੁਣ, ਕਿਸੇ ਤੇ ਸ਼ੱਕ ਨਹੀਂ ਸਾਨੂੰ। ਸ਼ੱਕ ਕਿਹਦੇ ਤੇ ਹੈ? ਸ਼ੱਕ ਮਹਾਪੁਰਸ਼ਾਂ ਤੇ ਹੈ, ਰੱਬ ਦੇ ਪਿਆਰਿਆਂ ਤੇ ਸ਼ੱਕ ਹੈ, ਹੋਰ ਕਿਸੇ ਤੇ ਸਾਨੂੰ ਸ਼ੰਕਾ ਨਹੀਂ। ਆ ਕੋਈ ਸ਼ੱਕ ਨਹੀਂ ਆਪਾਂ ਨੂੰ ਸੌਂਡ ਵਾਲਿਆਂ ਦੇ ਵਿੱਚ ਲਾਊਗਾ ਕਿ ਚੀਕਾਂ ਹੀ ਮਰਾਊਗਾ, ਬਸ ਸੱਦ ਲਿਆ ਅੱਖਾਂ ਮੀਚ ਕੇ, ਕੋਈ ਸ਼ੱਕ ਨਹੀਂ ਸਾਨੂੰ। ਜੇ ਸ਼ੱਕ ਹੈ ਸਾਨੂੰ ਰੱਬ ਦੇ ਪਿਆਰਿਆਂ ਤੇ ਹੈ। ਪਰ ਮਹਾਰਾਜ ਕਹਿੰਦੇ ਨੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਬਈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਪੈ ਜੇ। ਸ਼ਰਧਾ
ਟੁੱਟ ਜਾਂਦੀ ਏ ਜੀ ਮਨ ਵਿੱਚ ਜੇ ਸ਼ੰਕਾ ਪੈ ਜੇ ਸਰਦਾ ਟੁੱਟ ਜਾਂਦੀ ਏ ਮਨ ਵਿੱਚ ਜੇ ਸ਼ੰਕਾ ਪੈ ਜੇ। ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਨਾਨਕਸਰ ਵਾਲੇ ਮਹਾਂਪੁਰਖਾਂ ਦੇ। ਕਹਿੰਦੇ ਜੇ ਮਾਇਆ ਚਲੇਗੀ ਕੁਝ ਵੀ ਨਹੀਂ ਗਿਆ, ਫੇਰ ਆ ਜੂਗੀ। ਜੇ ਤੇਰੀ ਸਿਹਤ ਚਲੇਗੀ ਕੁਝ ਕੁਝ ਚਲਿਆ ਗਿਆ, ਤੇ ਜੇ ਕਿਤੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੇਗੀ ਨਾ, ਜੇ ਕਿਤੇ ਸ਼ਰਧਾ ਚਲੇਗੀ ਸਮਝ ਲਓ ਸਭ ਕੁਝ ਹੀ ਚਲਿਆ ਗਿਆ। ਤੇਰਾ ਜ਼ਿੰਦਗੀ ਦਾ ਸਮਝ ਲਈ ਬੇੜਾ ਹੀ ਰੁੜ ਗਿਆ ਜੇ ਕਿਤੇ ਸ਼ਰਧਾ ਤੁਰ ਗਈ। ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ, ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ, ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ, ਸ਼ਰਧਾ ਨਾ ਤੋੜ ਬੈਠੀ ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ, ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ। ਸ਼ਰਧਾ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਜੇ, ਸ਼ਰਧਾ ਟੁੱਟ ਜਾਂਦੀ ਮਨ ਵਿੱਚ ਜੇ ਸ਼ੰਕਾ ਪੈ ਜੇ, ਸ਼ਰਧਾ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਜੇ, ਸ਼ਰਧਾ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਜੇ, ਸ਼ਰਧਾ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਜੇ, ਸ਼ਰਧਾ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਜੇ। ਆਏ ਸ਼ਰਧਾ ਬੰਦੇ ਦੀ ਸ਼ੰਕਾ ਨੂੰ ਤੋੜ ਦਿੰਦਾ ਹੁੰਦਾ ਹੈ। ਸਾਡੀਆਂ ਅੱਖਾਂ 'ਚ ਬਹੁਤ ਤਾਕਤ ਹੈ, ਆਪਾਂ ਬੜੀ ਦੂਰ ਤੱਕ ਵੇਖ ਸਕਦੇ ਹਾਂ, ਕਈ ਕਿਲੋਮੀਟਰਾਂ ਤੱਕ ਨਜ਼ਰ ਪਹੁੰਚ ਜਾਂਦੀ ਹੈ। ਪਰ ਜੇ ਕਿਤੇ ਇੱਕ ਛੋਟਾ ਜਿਹਾ ਧੂੜ ਦਾ ਕਣ ਅੱਖ 'ਚ ਪੈ ਜੇ ਨਾ, ਕੋਲੇ ਖੜਾ ਬੰਦਾ ਨਜ਼ਰ ਨਹੀਂ ਆਉਂਦਾ। ਸ਼ਰਧਾ ਦੇ ਤਲ ਤੇ ਜਾ ਕੇ ਬੜੀ ਦੂਰ ਤੱਕ ਬੜਾ ਕੁਝ ਵੇਖਿਆ ਜਾ ਸਕਦਾ ਹੈ। ਪਰ ਜੇ ਕਿਤੇ ਸ਼ੰਕਾ ਦਾ ਕਣ ਤੇਰੀ ਅੱਖ 'ਚ ਪੈ ਗਿਆ ਨਾ, ਤੈਨੂੰ ਕੋਲੇ ਖੜਾ ਰੱਬ ਨਜ਼ਰ ਨਹੀਂ ਆਉਣਾ। ਪੈ ਗਿਆ ਸ਼ੰਕਾ ਮਨਸੂਰ ਦੇ ਅੰਦਰ, ਲੋਕਾਂ ਨੇ ਉਂਗਲ ਦੇਤੀ, ਪੰਪ ਦੇਤਾ, ਤੇਰੀ ਭੈਣ ਕਿਉਂ ਜਾਂਦੀ ਆ ਬਾਬਿਆਂ ਕੋਲ। ਲੋਕਾਂ ਦੀ ਚੁੱਕਣਾ ਚ ਆ ਗਿਆ, ਇਹਦੀ ਭੈਣ ਰੋਜ਼ ਵਾਂਗ ਪ੍ਰਸ਼ਾਦਾ ਲੈ ਕੇ ਤੁਰ ਪਈ, ਇਹ ਮਗਰ ਹੀ ਤੁਰ ਪਿਆ ਦੱਬੇ ਪੈਰੀਂ। ਉਹ ਪਹੁੰਚ ਗਈ ਮਹਾਂਪੁਰਖਾਂ ਦੀ ਕੁਟੀਆ 'ਚ, ਇਹ ਮਗਰ ਹੀ ਪਹੁੰਚ ਗਿਆ, ਲੁਕ ਲੁਕ ਕੇ ਵੇਖਦਾ ਹੈ। ਇਹਦੀ ਭੈਣ ਨੇ ਜਾ ਕੇ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਇਆ। ਉਹਨਾਂ ਨੇ ਪ੍ਰਸ਼ਾਦਾ ਛਕਿਆ, ਅੱਗੇ ਇੱਕ ਪ੍ਰਸ਼ਾਦਾ ਛੱਡ ਦਿੰਦੇ ਸੀ ਵੀ ਲੈ ਧੀਏ ਤੂੰ ਛਕ ਲੈ। ਅੱਜ ਮਹਾਂਪੁਰਖਾਂ ਨੇ 2 ਛੱਡਦੇ, ਲੈ ਛਕ ਭਾਈ। ਇਹ ਲੁਕ ਲੁਕ ਵੇਖਦਾ ਹੈ, ਕਹਿੰਦੀ ਮਹਾਰਾਜ ਅੱਜ 2 ਕਾਹਦੇ ਵਾਸਤੇ। ਮਹਾਤਮਾ ਕਹਿੰਦੇ ਧੀਏ ਇੱਕ ਤੂੰ ਛਕ ਲੈ, ਇੱਕ ਉਹ ਖਲੋਤਾ ਬਾਹਰ, ਉਹ ਸਾਡੇ ਫਕੀਰਾਂ ਦੇ ਪੜਦੇ ਵੇਖਦਾ ਫਿਰਦਾ, ਸਾਨੂੰ ਲੁਕ ਲੁਕ ਵੇਖਦਾ। ਇਹ ਕਰਦੇ ਕੀ ਏ, ਇਹ ਸਾਡੇ ਪੜਦੇ ਫੋਲਦਾ। ਜਾਂ ਆਹ ਪ੍ਰਸ਼ਾਦਾ ਉਹਨੂੰ ਛਕਾ ਦੀ, ਉਹਦਾ ਭਰਮ ਦਾ ਪੜਦਾ ਹੀ ਚੱਕਿਆ ਜਾਊਗਾ। ਆਖੋ ਸਤਿਨਾਮ ਵਾਹਿਗੁਰੂ ਜੀ। ਉਹਦਾ ਪੜਦਾ ਹੀ ਖੁੱਲ ਜਾਊਗਾ ਭਰਮ ਦਾ। ਲੜਕੀ ਉਹਨੇ ਇੱਕ ਪ੍ਰਸ਼ਾਦਾ ਛਕਿਆ, ਇੱਕ ਫਿਰ ਲੈ ਗਈ ਵਾਪਸ। ਉਹਦਾ ਭਰਾ ਖਲੋਤਾ ਲੁਕ ਲੁਕ ਵੇਖਦਾ। ਉਹ ਫਿਰ ਬੀਬੀ ਅਨਲ ਨੇ ਉੱਥੇ ਬਚਨ ਕੀਤਾ ਸੀ, ਕਹਿੰਦੀ ਸੂਲੀ ਜੋਗਿਆ ਮਗਰ ਹੀ ਆ ਗਿਆ। ਸੂਲੀ ਜੋਗਿਆ ਨਹੀਂ ਨਹੀਂ ਭੈਣੇ ਮੈਂ ਤਾਂ ਉਦਾਂ ਹੀ ਆ ਗਿਆ ਸੀ। ਉਹ ਕਹਿੰਦੀ ਪਤਾ ਸਾਨੂੰ ਸਾਰਾ ਹੀ ਹੈ, ਤੂੰ ਕੀ ਸੋਚਿਆ। ਲੈ ਛਕ ਪ੍ਰਸ਼ਾਦਾ।
ਉਹ ਫਿਰ ਇੱਕ ਮਹਾਤਮਾ ਦੇ ਬਖਸ਼ੇ ਹੋਏ ਪ੍ਰਸ਼ਾਦੇ 'ਚ ਪਤਾ ਨਹੀਂ ਕੀ ਕੁਝ ਪਿਆ ਸੀ। ਜਦੋਂ ਮਨਸੂਰ ਨੇ ਪ੍ਰਸ਼ਾਦਾ ਛਕਿਆ ਨਾ, ਉਹਦਾ ਭਰਮ ਦਾ ਪਰਦਾ ਹੀ ਖੁੱਲ ਗਿਆ, ਉਹਨੂੰ ਆਤਮ ਗਿਆਨ ਹੋ ਗਿਆ। ਜਿਹੜੀ ਸੁਰਤ ਬੜੀਆਂ ਕਮਾਈਆਂ ਕਰਕੇ ਉੱਪਰ ਤੱਕ ਚੜ੍ਹਦੀ, ਉਹਦੀ ਸੁਰਤ ਤਾਹਾਂ ਤੱਕ ਪਹੁੰਚ ਗਈ। ਉਹਨੂੰ ਸਭ ਜਗ੍ਹਾ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਨਿਰੰਕਾਰ ਨਜ਼ਰ ਆਉਣ ਲੱਗ ਗਿਆ। ਸਭ ਜਗ੍ਹਾ ਹੀ ਰਾਮ। ਰਾਮ ਦਾ ਅਰਥ ਕੀ ਹੈ? ਰਮੇ ਹੋਏ ਦਾ ਨਾਮ ਰਾਮ ਹੈ। ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਜਿਹੜਾ ਅਕਾਲ ਪੁਰਖ ਰਮਿਆ, ਉਹਨੂੰ ਹੀ ਰਾਮ ਕਹਿੰਦੇ ਹੈ। ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਜਿਹੜਾ ਸਮਾਇਆ ਹੋਇਆ ਹੈ, ਉਹਨੂੰ ਹੀ ਸ਼ਿਆਮ ਕਹਿੰਦੇ ਹੈ। ਉਹਨੂੰ ਸਭ ਜਗ੍ਹਾ ਰੱਬ ਹੀ ਨਜ਼ਰ ਆਉਣ ਲੱਗ ਗਿਆ। ਆਪਣੇ ਆਪ ਦੇ ਵਿੱਚ ਉਹਨੂੰ ਨਿਰੰਕਾਰ ਨਜ਼ਰ ਆਉਣ ਲੱਗ ਗਿਆ। ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਉਹਨੂੰ ਸਮਝ ਆ ਗਈ, ਜਿਹੜੇ ਅਕਾਲ ਪੁਰਖ ਨੂੰ ਮੈਂ ਲੱਭਦਾ ਸੀ ਉਹ ਕੋਈ ਹੋਰ ਨਹੀਂ, ਉਹ ਮੈਂ ਹੀ ਆ। ਉਹਨੂੰ ਸਭ ਜਗ੍ਹਾ ਰੱਬ ਹੀ ਨਜ਼ਰ ਆਉਂਦਾ ਹੈ। ਬਸ ਫਿਰ ਉਹਨੇ ਬੋਲਣਾ ਸ਼ੁਰੂ ਕਰਤਾ। ਇਸ ਸਟੇਜ ਤੇ ਜਾ ਕੇ ਆਪਣੇ ਆਪ ਨੂੰ ਛਪਾਉਣਾ ਪੈਂਦਾ ਹੈ। ਭਗਤੀ ਦੀਆਂ, ਬੰਦਗੀ ਦੀਆਂ, ਗੁਰੂ ਮਹਾਪੁਰਖਾਂ ਦੀਆਂ ਅਲੱਗ-ਅਲੱਗ ਭੂਮਿਕਾਵਾਂ ਹੁੰਦੀਆਂ। ਉਹਦਾ ਮਹਾਤਮਾ 8 ਭੂਮਿਕਾ ਦੱਸਦੇ ਆ ਭਗਤੀ ਦੀ। ਅੱਜ ਇਹਨਾਂ ਦੀ ਯਾਦ ਵਿੱਚ ਜੁੜੇ ਆ ਨਾ ਬਾਬਾ ਪ੍ਰੇਮਦਾਸ ਜੀ, ਉਹ ਸਾਰੀਆਂ ਭੂਮਿਕਾਵਾਂ ਤੋਂ ਉੱਪਰ ਲੰਘੇ ਹੋਏ ਸੀ। ਪਹਿਲੀ ਭੂਮਿਕਾ ਦੇ ਵੀ ਹੁੰਦੇ ਆ, ਦੂਜੀ ਭੂਮਿਕਾ ਦੇ ਮਾਲਕ ਵੀ ਹੁੰਦੇ ਆ, 7ਵੀਂ ਤੱਕ ਵੀ ਪਹੁੰਚ ਜਾਂਦੇ, 8ਵੀਂ ਤੱਕ ਕੋਈ ਪਹੁੰਚਿਆ ਹੁੰਦਾ। ਜਿਹੜਾ 8ਵੀਂ ਭੂਮਿਕਾ ਤੱਕ ਪਹੁੰਚ ਗਿਆ, ਬਸ ਫਿਰ 24 ਘੰਟਿਆਂ ਦੇ ਅੰਦਰ ਉਹਨੂੰ ਸਰੀਰ ਛੱਡਣਾ ਪੈਂਦਾ ਹੈ। ਇਹ ਥੋੜੀਆਂ ਜਿਹੀਆਂ ਪਰੇ ਦੀਆਂ ਗੱਲਾਂ ਹੈ, ਇਹ ਨਹੀਂ ਤੁਹਾਡੇ ਪੱਲੇ ਪੈਣੀਆਂ। ਚਲੋ ਸਭਾ ਸਾਧੂਆਂ ਦੀ ਹੈ, ਮਹਾਪੁਰਸ਼ ਬੈਠੇ ਹੈ, ਤਾਂ ਥੋੜਾ ਜਿਹਾ ਹਲ ਡੂੰਘਾ ਜਿਹਾ ਮਾਰਨਾ ਪੈਂਦਾ ਹੈ। ਇਹ ਅੱਡ ਅੱਡ ਭੂਮਿਕਾਵਾਂ ਹੁੰਦੀਆਂ ਗੁਰਮੁਖੋ। ਮਨਸੂਰ ਉਹਨੇ ਫਿਰ ਬੋਲਣਾ ਸ਼ੁਰੂ ਕਰਤਾ, ਕਹਿੰਦਾ ਅਨਲ ਹਕ, ਭਾਵ ਕਿ ਮੈਂ ਹੀ ਖੁਦਾ, ਅਹੰ ਬ੍ਰਹਮ ਅਸਮੀ, ਮੈਂ ਹੀ ਰੱਬ ਹਾਂ, ਹੋਰ ਕੋਈ ਨਹੀਂ ਇੱਥੇ, ਸਭ ਕੁਝ ਮੇਰੇ ਤੋਂ ਹੀ ਪੈਦਾ ਹੋਇਆ ਹੈ, ਸਭ ਕੁਝ ਮੈਂ ਹੀ ਹਾਂ, ਸੰਸਾਰ ਮੇਰੇ ਤੋਂ ਪੈਦਾ ਹੁੰਦਾ ਹੈ, ਮੇਰੇ 'ਚ ਲੀਨ ਹੁੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਲੈ ਆ ਸਟੇਜ ਤੇ ਪਹੁੰਚ ਗਿਆ ਸੀ। ਉਹ ਬੋਲਦਾ ਫਿਰ, ਉਹਦੀ ਗੱਲ ਨੂੰ ਸਮਝੇ ਕਿਹੜਾ? ਕੌਣ ਸਮਝੇ ਗੱਲ ਉਹਦੀ? ਲੋਕ ਉਹਦਾ ਵਿਰੋਧ ਕਰਦੇ ਆ। ਹੁਣ ਮਹਾਪੁਰਸ਼ਾਂ ਦੀ ਗੱਲ ਤੇ ਮਹਾਪੁਰਸ਼ ਹੀ ਸਮਝਦੇ ਆ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ, ਤੇ ਹੋਰ ਕਿਹੜਾ ਜਾਣ ਲੂਗਾ? ਰੱਬ ਦੇ ਫਕੀਰਾਂ ਦੀ ਗੱਲ ਰੱਬ ਦੇ ਫਕੀਰ ਸਮਝਦੇ ਆ। ਅੱਲਾ ਦੀ ਜਾਤ ਜਾਣਦੀ। ਅੱਲਾ ਦੀ ਜਾਤ ਕਿਹੜੀ ਹੈ? ਉਹਦੀ ਜਾਤ ਚੋਂ ਕੌਣ ਹੈ? ਰੱਬ ਦੀ ਜਾਤ ਚੋਂ ਜਿਹੜਾ ਖੁਦਾਬੰਦ ਕਰੀਮ ਤੱਕ ਪਹੁੰਚ ਗਿਆ, ਜਿਹੜਾ ਅੱਲਾ ਦਾ ਹੀ ਰੂਪ ਹੋ ਗਿਆ। ਇਸਲਾਮ ਦੇ ਵਿੱਚ ਕਿਹਾ ਜਾਂਦਾ ਪੁੱਗ ਗਿਆ। ਜਿਹੜਾ ਰੱਬ ਤੱਕ ਪਹੁੰਚ ਗਿਆ, ਰੱਬ ਦਾ ਹੀ ਰੂਪ ਹੋ ਗਿਆ, ਉਹ ਫਿਰ ਬ੍ਰਹਮ ਗਿਆਨੀ ਦੀ ਗੱਲ ਨੂੰ ਸਮਝਦਾ ਹੁੰਦਾ ਹੈ। ਹੁਣ ਮਨਸੂਰ ਦੀ ਗੱਲ ਕਿਹੜਾ ਸਮਝੇ ਭਾਈ? ਅੱਲਾ ਦੀ ਜਾਤ ਜਾਣਦੀ, ਫਕੀਰ ਦੀਆਂ ਗੱਲਾਂ, 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 ਅੱਲਾ ਦੀ ਜਾਤ ਜਾਣਦੀ, ਫਕੀਰ ਦੀਆਂ ਗੱਲਾਂ। ਰੱਬ ਦੀ ਜਾਤ ਫਕੀਰ ਹੀ ਸਮਝਦੇ। ਚੌਂਕੜੀ ਮਾਰ ਲਓ ਭਾਈ। ਬਿਮਾਰ ਆ ਭਾਈ, ਬਿਮਾਰ ਹੋ, ਚੌਂਕੜੀ ਮਾਰ ਲਓ, ਨਹੀਂ
ਤਾਂ ਫਿਰ ਉਧਰ ਬਹਿ ਜਾਓ, ਇਹ ਗੁਰੂ ਦਾ ਘਰ ਹੈ। ਆਏ ਮਹਾਰਾਜ ਵੱਲ ਫਿਰ ਪੈਰ ਹੁੰਦੇ ਆ ਸਾਡੇ। ਪਹਿਲਾਂ ਬਹਿਣਾ ਸਿੱਖੀ ਦਾ। ਥਾਣੇ ਜਾ ਕੇ ਬੰਦਾ ਕਿਵੇਂ ਬੈਠਾ ਹੁੰਦਾ ਦੇਖ ਲਓ, ਜੱਜ ਦੇ ਸਾਹਮਣੇ ਕਿਵੇਂ ਬੈਠੀ ਦੇ। ਇਹ ਰੱਬ ਦਾ ਘਰ ਹੈ, ਇੱਥੇ ਆ ਕੇ ਮਾੜਾ ਮੋਟਾ ਭੈ ਮੰਨੀਦਾ। ਗੁਰੂ ਮਹਾਂਪੁਰਖਾਂ ਦੀ ਸਭਾ, ਭਗਵਾਨ ਦਾ ਘਰ, ਰੱਬ ਦਾ ਘਰ ਹੈ। ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੀਏ, ਭਾਵੇਂ ਇੱਥੇ ਮਹਾਂਪੁਰਖਾਂ ਦੀ ਹਜ਼ੂਰੀ ਹੈ। ਇਸ ਦਰ ਘਰ ਦੀ ਚਲੋ ਮਰਜ਼ਾਦਾ ਹੈ, ਇੱਥੇ ਰਮਾਇਣ ਦਾ ਪ੍ਰਕਾਸ਼ ਹੋਇਆ, ਪਰ ਹਜ਼ੂਰੀ ਰੱਬ ਦੀ ਸਮਝ ਕੇ ਬੈਠੀ ਦਾ ਹੁੰਦਾ। ਜੱਜ ਦੇ ਸਾਹਮਣੇ ਆਪਾਂ ਨੂੰ ਆਪੇ ਹੀ ਅਕਲ ਆ ਜਾਂਦੀ ਹੈ ਕਿਵੇਂ ਖੜੀ ਦੇ। ਕੋਈ ਕਹਿੰਦਾ ਉੱਥੇ ਫੋਨ ਬੰਦ ਕਰ ਲਓ, ਕਿਤੇ ਵਜਾ ਕੇ ਦਿਖਾਇਓ ਤਾਂ ਫੋਨ ਕਚਹਿਰੀ 'ਚ ਜਾ ਕੇ ਬਣਦਾ ਕੀ ਹੈ। ਇਹ ਰੱਬ ਦੀ ਕਚਹਿਰੀ ਹੈ, ਥੋੜਾ ਭੈ ਰੱਖੀਦਾ। ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ, ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ, ਜਾਤ ਜਾਣਦੀ ਫਕੀਰ ਦੀਆਂ ਗੱਲਾਂ, ਅੱਲਾ ਦੀ ਜਾਤ ਜਾਣ ਫਕੀਰ ਦੀਆਂ, ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ, ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ। ਮਹਾਂ ਸਿੰਘ ਕੋਲੋਂ ਪੁੱਛੋ, ਰੱਬ ਦੀਆਂ ਗੱਲਾਂ ਰੱਬ ਦੇ ਪਿਆਰੇ ਸਮਝਦੇ ਐ। ਮਹਾਂ ਸਿੰਘ ਕੋਲੋਂ ਪੁੱਛੋ, ਕੋਈ ਚੱਲੇ ਤੀਰ ਦੀਆਂ ਗੱਲਾਂ, ਮਹਾਂ ਸਿੰਘ ਕੋਲੋਂ ਚੱਲੇ ਤੀਰ ਦੀਆਂ ਗੱਲਾਂ, ਮਹਾਂ ਸਿੰਘ ਕੋਲੋਂ ਪੁੱਛੋ ਚੱਲੇ ਤੀਰ ਦੀਆਂ ਗੱਲਾਂ, ਮਹਾਂ ਸਿੰਘ ਕੋਲੋਂ ਪੁੱਛੋ ਚੱਲੇ ਤੀਰ ਦੀਆਂ, ਸਿੰਘ ਕੋਲੋਂ ਪੁੱਛੋ ਚੱਲੇ ਤੀਰ ਦੀਆਂ ਗੱਲਾਂ, ਮਹਾਂ ਸਿੰਘ ਕੋਲੋਂ ਪੁੱਛੋ ਚੱਲੇ ਤੀਰ ਦੀਆਂ ਗੱਲਾਂ। ਬੁੱਲੇ ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਰਾਂਝਾ ਤੇ ਹੀਰ ਕੌਣ ਹੈ? ਚੌਥੇ ਪਦ ਤੱਕ ਵਿਚਰਨ ਵਾਲੇ ਭਾਈ ਗੁਰਦਾਸ ਜੀ ਨੇ ਹੀਰ ਰਾਂਝਾ ਵੀ ਲਿਖਿਆ ਆਪਣੀਆਂ ਵਾਰਾਂ ਦੇ ਵਿੱਚ। ਹੀਰ ਕੌਣ ਹੈ, ਰਾਂਝਾ ਕੌਣ ਹੈ? ਰਾਂਝਾ ਅਕਾਲ ਪੁਰਖ ਹੈ। ਹੀਰ ਕੌਣ ਹੈ? ਆਤਮਾ। ਫਕੀਰ ਆਤਮਾ ਤੇ ਪਰਮਾਤਮਾ ਦੀ ਗੱਲ ਕਰਦੇ ਐ। ਹਕੀਕੀ ਇਸ਼ਕ ਦੀ ਗੱਲ। ਬੁੱਲੇ ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਬੁੱਲੇ ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਬੁੱਲੇ ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ, ਸ਼ਾਹ ਕੋਲੋਂ ਪੁੱਛੋ ਰਾਂਝੇ ਹੀਰ ਦੀਆਂ ਗੱਲਾਂ। ਤਾਰੂ ਸਿੰਘ ਕੋਲੋਂ ਪੁੱਛੋ, ਰੱਬ ਦੇ ਪਿਆਰਿਆਂ ਕੋਲੋਂ ਇਹ ਗੱਲ ਪਤਾ ਕਰੋ। ਤਾਰੂ ਸਿੰਘ ਕੋਲੋਂ ਪੁੱਛੋ ਕੋਈ ਅਖੀਰ ਦੀਆਂ ਗੱਲਾਂ। ਖੋਪਰੀ ਲੈ ਗਈ 22 ਦਿਨ ਫਿਰ ਵੀ ਕਥਾ ਸੁਣਾਉਂਦੇ ਰਹੇ। ਆ ਹੁੰਦੇ ਆ ਰੱਬ ਦੇ ਪਿਆਰੇ। ਮਹਾ ਸਿੰਘ ਕੋਲੋਂ ਪੁੱਛੋ ਡੁੱਲੇ ਨੀਰ ਦੀਆਂ ਗੱਲਾਂ। ਦੁਨੀਆ ਨੂੰ ਯਾਦ ਕਰਕੇ ਹਰੇਕ ਹੀ ਰੋਂਦਾ ਹੈ। ਕਦੇ ਨਿਰੰਕਾਰ ਦੀ ਯਾਦ ਵਿੱਚ ਜਿਹੜਾ ਨੀਰ ਡੁੱਲਦਾ ਨਾ, ਉਹ ਜਨਮਾਂ ਜਨਮਾਂ ਦੀ ਮੈਲ ਲਾ ਦਿੰਦਾ ਹੈ। ਤਾਰੂ ਸਿੰਘ ਕੋਲੋਂ ਪੁੱਛੋ ਕੋਈ ਅਖੀਰ ਦੀਆਂ ਗੱਲਾਂ।
ਸੈਦ ਖਾਂ ਕੋਲੋਂ ਪੁੱਛੋ ਚੱਲੇ ਤੀਰ ਦੀਆਂ ਗੱਲਾਂ। ਤਾਰੂ ਸਿੰਘ ਮਹਾ ਸਿੰਘ ਕੋਲੋਂ ਪੁੱਛੋ ਡੁੱਲੇ ਨੀਰ ਦੀਆਂ ਗੱਲਾਂ। ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ। ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ। ਅੱਲਾ ਦੀ ਜਾਤ ਜਾਣਦੀ ਫਕੀਰ ਗੱਲਾਂ। ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ। ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ। ਲੈ ਮਨਸੂਰ ਆਏ ਬੋਲਦਾ ਬਈ ਅਨਲ ਹੱਕ ਅਨਲ ਹੱਕ। ਪਹਿਲਾਂ ਪਰਿਵਾਰ ਦੇ ਲੋਕ ਖਿਲਾਫ ਹੋ ਗਏ, ਕਹਿੰਦੇ ਐਵੇਂ ਹੀ ਬੋਲੀ ਜਾਂਦਾ। ਹੌਲੀ ਹੌਲੀ ਪਿੰਡ ਦੇ ਖਿਲਾਫ ਹੋ ਗਏ, ਕਹਿੰਦੇ ਤੂੰ ਰੱਬ ਕਿਵੇਂ ਹੋ ਗਿਆ ਬਈ। ਸੰਗਤ ਨੂੰ ਬੇਨਤੀ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ ਭਾਈ। ਇਕੱਠ ਬਹੁਤਾ ਹੀ ਹੋ ਚੱਲਿਆ, ਸੰਗਤ ਬੜੀ ਤੁਰੀ ਆਉਂਦੀ ਹੈ ਗਾਂਹ ਤੱਕ। ਬਸ ਆਨੰਦ ਮਾਣੋ ਬਹਿ ਕੇ। ਆਹ ਆਨੰਦ ਕਿਤੇ ਰੋਜ਼ ਰੋਜ਼ ਥੋੜੀ ਲੱਭਦੇ ਐ। ਐਵੇਂ ਪੱਖਿਆਂ ਮਗਰ ਪਏ ਹੋ ਗੁਰਮੁਖੋ। ਆਹ ਕਦੇ ਗਰਮੀ ਦਾ ਵੀ ਆਨੰਦ ਮਾਣ ਕੇ ਵੇਖੋ। ਪੁਰਾਣੇ ਸਾਧੂ ਸੰਤ ਧੂਣੇ ਤਾਪਦੇ ਹੁੰਦੇ ਸੀ। ਤਪਸ਼ ਪਤਾ ਨਹੀਂ ਕਿੰਨੇ ਕੁ ਰੋਗ ਟੁੱਟ ਜਾਣਗੇ। ਆ ਰੱਬ ਦੇ ਘਰ ਜਾ ਕੇ ਗਰਮੀ ਲੱਗ ਜੂ, ਕੋਈ ਪਸੀਨਾ ਨਿਕਲ ਜੂ, ਬੰਬ ਨਹੀਂ ਡਿੱਗ ਚੱਲਿਆ, ਪਤਾ ਨਹੀਂ ਕਿੰਨੇ ਕੁ ਰੋਗ ਟੁੱਟ ਜਾਣਗੇ। ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਬਹਿ ਜਾਓ ਗੁਰਮੁਖੋ। ਇਹ ਦੁੱਖ ਪਾਪ ਆਈ ਟੁੱਟ ਜਾਂਦੇ ਹੁੰਦੇ ਆ ਸਾਡੇ। ਆਨੰਦ ਵਿੱਚ ਜਿੰਨਾ ਚਿਰ ਤਨ ਨਾਲ ਜੁੜੇ ਰਵਾਂਗੇ ਨਾ, ਉਹਨਾਂ ਚਿਰ ਹਾਏ ਗਰਮੀ ਹਾਏ ਗਰਮੀ। ਜਦੋਂ ਮਨ ਤੇਰਾ ਰੱਬ ਨਾਲ ਜੁੜ ਗਿਆ ਸਭ ਕੁਝ ਭੁੱਲ ਜਾਏਗਾ। ਪਿੰਡ ਖਿਲਾਫ ਹੋ ਗਿਆ ਮਨਸੂਰ ਦੇ, ਬਗਦਾਦ ਸ਼ਹਿਰ ਖਿਲਾਫ ਹੋ ਗਿਆ। ਸ਼ਰੀਅਤ ਲੋਕ ਕਹਿੰਦੇ ਗਲਤ ਬੋਲਦਾ ਹੈ, ਇਹ ਆਪਣੇ ਆਪ ਨੂੰ ਰੱਬ ਖਵਾਉਂਦਾ ਹੈ। ਕਰਤੀ ਰਿਪੋਰਟ ਮੌਕੇ ਦੇ ਰਾਜੇ ਕੋਲ। ਰਾਜਨ, ਆ ਕਾਫਰ ਆਪਣੇ ਆਪ ਨੂੰ ਖੁਦਾ ਖਵਾਉਂਦਾ ਹੈ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸ਼ਰਅ ਦੇ ਖਿਲਾਫ ਬੋਲਿਆ, ਉਲਟ ਬੋਲਦਾ ਸ਼ਰਅ ਤੋਂ। ਬਸ ਫਿਰ ਰਿਪੋਰਟ ਹੋ ਗਈ। ਧਰਮ ਦੇ ਆਗੂ ਉਤੋਂ ਆਪਣੇ ਆਪ ਨੂੰ ਜਿਹੜੇ ਠੇਕੇਦਾਰ ਖਵਾਉਂਦੇ ਧਰਮ ਦੇ, ਉਦਾਂ ਧਰਮ ਤੋਂ ਕੋਹਾਂ ਦੂਰ ਹੁੰਦੇ ਆ ਲੋਕ, ਪਰ ਆਪਣੇ ਆਪ ਨੂੰ ਧਰਮ ਹੀ ਅਖਵਾਉਂਦੇ ਹੁੰਦੇ। ਇੱਕ ਰੱਬ ਦੇ ਪਿਆਰੇ ਦੀ, ਮਹਾਪੁਰਸ਼ ਦੀ ਜੇ ਵਿਰੋਧਤਾ ਕਿਸੇ ਨੇ ਕੀਤੀ ਹੈ, ਕਿਸੇ ਸ਼ਰਾਬੀ, ਕਿਸੇ ਚੋਰ ਠੱਗ, ਕਿਸੇ ਜੁਆਰੀ ਨੇ ਵਿਰੋਧ ਨਹੀਂ ਕੀਤਾ ਗੁਰੂ ਮਹਾਪੁਰਸ਼ਾਂ ਦਾ। ਇਹ ਉੱਪਰੋਂ ਜਿਹੜੇ ਤਲਵਈ ਲੋਕ ਧਰਮ ਦੀ ਆੜ ਵਿੱਚ, ਉਦਾਂ ਧਰਮ ਤੋਂ ਕੋਹਾਂ ਦੂਰ ਜਿਹੜੇ ਹੁੰਦੇ ਐ, ਇਹਨਾਂ ਨੇ ਵਿਰੋਧਤਾ ਕੀਤੀ ਹੈ। ਕਬੀਰ ਜੀ ਦੇ ਖਿਲਾਫ ਕੌਣ ਖਲੋਤਾ ਹੈ? ਆਪਣੇ ਆਪ ਨੂੰ ਪੰਡਤ ਅਖਵਾਉਣ ਵਾਲਾ, ਲੋਕਾਂ ਨੂੰ ਵੇਦ ਸ਼ਾਸਤਰ ਪੜਾਉਣ ਵਾਲਾ ਪੰਡਤ ਖਲੋਤਾ ਹੈ। ਕੌਣ ਖਲੋਤਾ ਰਵਿਦਾਸ ਜੀ ਦੇ ਖਿਲਾਫ? ਲੋਕਾਂ ਨੂੰ ਕੁਰਾਨ ਪਾਕ ਦਾ ਉਪਦੇਸ਼ ਦੇਣ ਵਾਲਾ ਕਾਜੀ ਖਲੋਤਾ ਹੈ। ਵੇਦ ਸ਼ਾਸਤਰ ਪੜਾਉਣ ਵਾਲੇ ਖਟਕਰਮੀ ਤਿਲਕਧਾਰੀ ਬ੍ਰਾਹਮਣ ਖਲੋਤੇ ਹੈ। ਇਹ ਚੱਲਦਾ ਹੀ ਆਇਆ ਕੰਮ। ਬਸ ਫਿਰ ਸ਼ਰੀਅਤ ਲੋਕ ਹੋ ਗਏ ਇਕੱਠੇ। ਮਨਸੂਰ ਗਲਤ ਬੋਲਦਾ ਹੈ, ਇਹ ਸ਼ਰਅ ਤੋਂ ਖਿਲਾਫ ਬੋਲਦਾ ਹੈ, ਆਪਣੇ ਆਪ ਨੂੰ ਰੱਬ ਖਵਾਉਂਦਾ ਹੈ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬੁਲਾ ਲਿਆ ਫਿਰ ਰਾਜੇ ਨੇ। ਮਨਸੂਰ ਪਹੁੰਚਦਾ ਬਾਦਸ਼ਾਹ ਦੇ ਕੋਲ। ਤੂੰ ਕੀ ਬੋਲਦਾ? ਉਹ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ। ਸਭੇ ਕਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭ ਜਗ੍ਹਾ ਰੱਬ ਹੀ ਬੋਲਦਾ। ਅਨਲ ਹੱਕ ਦੀ ਗੱਲ ਕਰਦਾ ਹੈ, ਪਰ ਕੌਣ ਸਮਝਦਾ ਹੈ? ਤੂੰ ਰੱਬ ਖਵਾਉਣਾ ਆਪਣੇ ਆਪ ਨੂੰ। ਉਹ ਕਹਿੰਦਾ ਸਭ ਕੁਝ ਨਿਰੰਕਾਰ ਦਾ ਹੀ ਹੈ। ਆ ਹੱਥ ਵੀ ਨਿਰੰਕਾਰ ਦੇ, ਆ ਪੈਰ ਵੀ ਨਿਰੰਕਾਰ ਦੇ। ਕਿਵੇਂ ਨਿਰੰਕਾਰ ਦੇ ਹੋ ਗਏ ਹੱਥ? ਆ ਪੈਰ ਤੇਰੇ ਕਿਵੇਂ ਨਿਰੰਕਾਰ ਦੇ ਹੋ ਜਾਣਗੇ? ਰਾਜਨ, ਆ ਦੇਸ਼ ਕਿਹਦਾ ਹੈ? ਕਹਿੰਦਾ ਖੁਦਾ ਦਾ। ਆ ਮਹਿਲ ਕਿਹਦਾ ਹੈ? ਇਹ ਵੀ ਖੁਦਾ ਦਾ। ਤੂੰ ਕਿਹਦਾ? ਮੈਂ ਵੀ ਖੁਦਾ ਦਾ। ਉਹ ਕਹਿੰਦਾ ਮੈਂ ਕਿਹਦਾ? ਤੂੰ ਵੀ ਖੁਦਾ ਦਾ। ਫਿਰ ਆ ਹੱਥ ਕਿਹਦੇ ਹੈ? ਫਿਰ ਮੰਨਣਾ ਹੀ ਪਿਆ ਰਾਜੇ ਨੂੰ। ਕਹਿੰਦਾ ਇਹ ਵੀ ਖੁਦਾ ਦੇ ਹੈ, ਪੈਰ ਵੀ ਖੁਦਾ ਦੇ ਹੈ। ਤੂੰ ਜਾਣਦਾ ਸਭ ਕੁਝ ਹੈ, ਪਰ ਮੰਨਦਾ ਨਹੀਂ। ਪਤਾ ਤੈਨੂੰ ਸਾਰਾ ਹੀ ਹੈ, ਸੱਚਾਈ ਤੈਨੂੰ ਪਤਾ ਹੈ,
ਪਰ ਸਚਾਈ ਤੋਂ ਮੂੰਹ ਕਾਹਤੇ ਮੋੜਦੇ ਰਾਜਨ? ਮੈਂ ਕੋਈ ਗਲਤ ਨਹੀਂ ਬੋਲਦਾ, ਮੈਂ ਅਨਲ ਹੱਕ ਦੀ ਗੱਲ ਕਰਦਾ। ਬਾਬਾ ਜੀ ਕੀ ਗੱਲ ਹੋ ਗਈ? ਸਮਾਪਤੀ ਨਾ ਕਰਦੀ ਹੈ, ਗੋਡੇ ਜੇ ਹਿੱਲਣ ਲੱਗੇ ਐ ਸਾਵਧਾਨ ਹੋ ਕੇ ਬੈਠੀ ਦਾ। ਇਹ ਸਰੀਰ ਸਾਧਣੇ ਪੈਂਦੇ ਆ, ਚੌਂਕੜੇ ਪੱਕੇ ਕਰਨੇ ਪੈਂਦੇ ਆ। ਚੌਂਕੜੇ ਜੇ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਤੁਹਾਡਾ ਪਤਾ ਲੱਗ ਜੂਗਾ। ਜੇ ਚੌਂਕੜੇ ਮਾਰ ਕੇ ਬਹਿਨੇ ਹੋ ਨਾ ਵੀ ਪਤਾ ਲੱਗ ਜੂਗਾ। ਜੇ ਨਹੀਂ ਬਹਿੰਦੇ ਵੇਖ ਲਓ, ਅੱਧੇ ਕੁ ਘੰਟੇ 'ਚ ਗੋਡੇ 30 ਡਿਗਰੀ ਤੇ, ਘੰਟੇ ਕੁ 'ਚ 60 ਡਿਗਰੀ ਤੇ ਡੇਢ ਕੁ ਘੰਟੇ 'ਚ ਦੀਵਾਨ ਦਾ ਭੋਗ ਪੈਂਦਾ, ਉਦੋਂ ਨੂੰ ਗੋਡੇ 90 ਡਿਗਰੀ ਤੇ ਚਲੇ ਜਾਂਦੇ ਆ, ਤਕੋਣ ਬਣ ਜਾਂਦਾ ਹੁੰਦਾ। ਇਹ ਬਹਿਣ ਦਾ ਸੁਭਾਅ ਬਣਾਈਦਾ। ਰਾਜਨ ਮੈਂ ਕੁਝ ਗਲਤ ਨਹੀਂ ਬੋਲਦਾ, ਮੈਂ ਸਹੀ ਬੋਲਦਾ। ਬਾਦਸ਼ਾਹ ਕਹਿੰਦਾ ਇਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿਓ। ਕਿੰਨੇ ਚਿਰ ਦੀ ਸਜ਼ਾ? ਕਹਿੰਦਾ ਸੀਮਾ ਕੋਈ ਨਹੀਂ, ਜਦੋਂ ਅਕਲ ਟਿਕਾਣੇ ਆ ਜੂਗੀ ਉਦੋਂ ਰਿਹਾ ਕਰ ਦਿਆਂਗੇ, ਜੇਲ੍ਹ 'ਚ ਬੰਦ ਕਰੋ। ਵੇਖ ਲਓ ਗੁਰੂ ਮਹਾਂਪੁਰਖ, ਉਹਨਾਂ ਨੂੰ ਜੇਲ੍ਹ 'ਚ ਵੀ ਜਾਣਾ ਪੈਂਦਾ। ਇਹ ਜੇਲ੍ਹਾਂ ਦੀ ਯਾਤਰਾ, ਜੇਲ੍ਹਾਂ ਬਣਾਈਆਂ ਕਿਹਦੇ ਵਾਸਤੇ ਹੈ? ਇਹ ਚੋਰਾਂ ਠੱਗਾਂ ਵਾਸਤੇ ਬਣਾਈਆਂ ਜਾਂਦੀਆਂ, ਪਰ ਸਮੇਂ ਦੇ ਲੋਕ ਇਹ ਗੁਰੂ ਮਹਾਂਪੁਰਖਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੰਦੇ ਆ। ਧੰਨ ਗੁਰੂ ਨਾਨਕ ਸਾਹਿਬ ਵੀ ਜੇਲ੍ਹ ਗਏ ਹੈ, ਪੰਜਵੇਂ ਪਾਤਸ਼ਾਹ ਵੀ ਜੇਲ੍ਹ ਗਏ ਹੈ, ਨੌਵੇਂ ਪਾਤਸ਼ਾਹ ਨੇ ਵੀ ਜੇਲ੍ਹ ਕੱਟੀ ਹੈ, ਛੇਵੇਂ ਪਾਤਸ਼ਾਹ ਵੀ ਜੇਲ੍ਹ ਗਏ ਹੈ ਗਵਾਲੀਅਰ। ਇਹ ਸਮੇਂ ਦੀਆਂ ਖੇਡਾਂ ਹੁੰਦੀਆਂ। ਮਨਸੂਰ ਜੇਲ੍ਹ ਵਿੱਚ ਬੰਦ ਹੈ, ਪਰ ਉਹਨੂੰ ਪਰਵਾਹ ਕੋਈ ਨਹੀਂ, ਆਪਣੇ ਆਨੰਦ ਵਿੱਚ। ਰੱਬ ਦੇ ਪਿਆਰੇ ਉਹ ਸਦਾ ਆਨੰਦ ਵਿੱਚ ਹੁੰਦੇ ਆ। ਨਾਨਕ ਭਗਤਾਂ ਸਦਾ ਵਿਗਾਸ, ਚਾਹ ਗਈ ਚਿੰਤਾ ਮਿਟੀ ਮਨੁਆ ਬੇਪਰਵਾਹ, ਜਿਸ ਕੋ ਕਛ ਨਾ ਚਾਹੀਏ ਸਈ ਸ਼ਾਹਨਸ਼ਾਹ। ਅਸਲੀ ਬਾਦਸ਼ਾਹੀ ਉਹ ਹੁੰਦੇ ਆ, ਉਹ ਜੇਲ੍ਹ ਵਿੱਚ ਹੀ ਆਨੰਦ ਵਿੱਚ ਹੈ। ਰੰਗ ਹੱਸਦੇ ਰੰਗਾਂ ਵਿੱਚ ਰੋਂਦੇ ਬਈ, ਰੰਗ ਹੱਸਦੇ ਰੰਗਾਂ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਵਿੱਚ ਰੋਂਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਬਈ, ਰੰਗ ਹੱਸਦੇ ਰੰਗਾਂ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਵਿੱਚ ਰੋਂਦੇ, ਹੱਸਦੇ ਰੰਗਾਂ ਵਿੱਚ ਰੋਂਦੇ, ਉਹ ਹੱਸਦੇ ਰੰਗਾਂ ਵਿੱਚ ਰੋਂਦੇ, ਹੱਸਦੇ ਰੰਗਾਂ ਵਿੱਚ ਰੋਂਦੇ, ਹੱਸਦੇ ਰੰਗਾਂ ਵਿੱਚ ਰੋਂਦੇ, ਹੱਸਦੇ ਰੰਗਾਂ ਦੇ ਵਿੱਚ ਰੋਂਦੇ। ਹੱਸਦੇ ਰੰਗਾਂ ਦੇ ਵਿੱਚ ਰੋਂਦੇ ਬਈ, ਰੰਗ ਹੱਸਦੇ ਰੰਗਾਂ ਵਿੱਚ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਜੀ, ਰੰਗ ਹੱਸਦੇ
ਦੇ ਰੰਗਾਂ ਦੇ ਵਿੱਚ ਰੋਂਦੇ, ਪ੍ਰਵਾਹ ਨਾ ਕਿਸੇ ਦੀ ਕਰਦੇ। ਸਾਧੂ ਸਾਧੂ ਪ੍ਰਵਾਹ ਨਾ ਕਿਸੇ ਦੀ ਕਰਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ, ਪ੍ਰਵਾਹ ਨਾ ਕਿਸੇ ਦੀ ਕਰਦੇ। ਸਾਧੂ ਸਾਧੂ ਪ੍ਰਵਾਹ ਨਾ ਕਿਸੇ ਦੀ ਕਰਦੇ, ਰੰਗ ਹੱਸਦੇ। ਉਹ ਨਹੀਂ ਪਰਵਾਹ ਕਰਦੇ ਹੁੰਦੇ ਕਿਸੇ ਦੀ, ਬੇਪਰਵਾਹ ਨਾਲ ਜੁੜੇ ਹੋਏ ਬੇਪਰਵਾਹ ਹੋ ਜਾਂਦੇ ਆ। ਵੇਖ ਲਓ ਸੰਤ ਮਹਾਰਾਜ ਰਾੜੇ ਵਾਲੇ ਮੌਕੇ ਦੇ ਰਾਸ਼ਟਰਪਤੀ ਨੇ ਸਮਾਂ ਮੰਗਿਆ ਸੀ, ਕਹਿੰਦਾ ਮਹਾਰਾਜ ਤੁਹਾਨੂੰ ਮਿਲਣਾ ਮੈਂ। ਸੰਤ ਮਹਾਰਾਜ ਰਾੜੇ ਵਾਲੇ ਕਹਿੰਦੇ ਆ ਜੀ। ਫਿਰ 11 ਵਜੇ ਰਾੜਾ ਸਾਹਿਬ ਪਹੁੰਚੀ। ਲੀਡਰਾਂ ਦਾ ਸੁਭਾਅ ਫਿਰ ਤੁਹਾਨੂੰ ਪਤਾ ਹੀ ਹੈ, ਇਹ ਤਾਂ ਫਿਰ ਘੰਟਾ 2 ਘੰਟੇ ਲੇਟ ਹੀ ਆਉਂਦੇ ਹੁੰਦੇ ਆ। ਪਏ ਲੋਕ ਹਾਰ ਲੈ ਕੇ ਖੜੇ ਰਹਿਣ। ਇਹਨੇ ਉਹੀ ਕੰਮ ਸਮਝਿਆ ਵੀ ਖਨੀ ਆਮ ਹੀ ਬਾਬੇ ਹੋਣੇ ਐ, ਵੀ ਮੇਰੇ ਵਾਸਤੇ ਹਾਰ ਲੈ ਕੇ ਖੜਨਗੇ। ਠੀਕ 11 ਵਜੇ ਸੰਤ ਮਹਾਰਾਜ ਆ ਕੇ ਕੁਰਸੀ ਤੇ ਸੱਜ ਗਏ। ਐਂ ਦਰੀ ਵਿਛਾਈ ਸੀ ਵੀ ਆਊਗਾ ਰਾਸ਼ਟਰਪਤੀ, ਬਹਿ ਜਾਊਗਾ। 15 ਮਿੰਟ ਮਹਾਰਾਜ ਨੇ ਉਡੀਕਿਆ, ਆਇਆ ਹੀ ਨਹੀਂ। ਇਧਰ ਖੰਨੇ ਕੋਲ ਦੀਵਾਨ ਚੱਲਦੇ ਸੀ ਸੰਤ ਮਹਾਰਾਜ ਜੀ ਦੇ। ਬਸ ਫਿਰ ਠੀਕ ਸਮੇਂ ਮਹਾਰਾਜ ਉੱਠੇ, ਗੱਡੀ 'ਚ ਸੱਜ ਗਏ। ਤੇ ਜਦੋਂ ਗੱਡੀਆਂ ਰਾੜਾ ਸਾਹਿਬ ਤੋਂ ਬਾਹਰ ਨਿਕਲਣ ਲੱਗੀਆਂ, ਜਾਨੂ ਆ ਗਿਆ, ਮੌਕੇ ਦਾ ਰਾਜਾ। ਗੱਡੀਆਂ ਹੂਟਰ ਵੱਜਦੇ ਆਉਂਦੇ। ਤੇ ਸੰਤ ਮਹਾਰਾਜ ਨੇ ਫਿਰ ਗੱਡੀ 'ਚੋਂ ਹੀ ਇਸ਼ਾਰਾ ਮਾਰਤਾ ਸੀ ਮੌਕੇ ਦੇ ਰਾਸ਼ਟਰਪਤੀ ਨੂੰ। ਐਦਾਂ ਇਸ਼ਾਰਾ ਕੀਤਾ ਸੀ, ਕਹਿੰਦੇ ਲੇਟ ਆਏ ਭਾਈ, ਹੁਣ ਸਮਾਂ ਲੰਘ ਗਿਆ ਮਿਲਣ ਦਾ, ਅਸੀਂ ਚੱਲੇ ਆਂ ਦੀਵਾਨ ਤੇ, ਉੱਥੇ ਸੰਗਤਾਂ ਉਡੀਕਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ 'ਚ ਸੰਗਤ ਬੈਠੀ ਹੈ, ਸੱਚੇ ਪਾਤਸ਼ਾਹ ਉਡੀਕਦੇ ਹੈ, ਸੰਗਤ ਉਡੀਕਦੀ ਹੈ, ਤੂੰ ਹੋ ਗਿਆ ਲੇਟ। ਲੈ ਮਹਾਰਾਜ ਸਿੱਧੇ ਦੀਵਾਨ ਤੇ ਚਲੇ ਗਏ। ਉਹ ਵੀ ਸਮਝ ਗਿਆ, ਕਹਿੰਦਾ ਐਡਾ ਬੇਪਰਵਾਹ ਕੋਈ ਸਾਧੂ ਨਹੀਂ ਵੇਖਿਆ, ਸੰਤ ਤੇ ਅੱਜ ਮਿਲਿਆ ਏ। ਉਹਨੇ ਵੀ ਗੱਡੀਆਂ ਮਗਰ ਹੀ ਲਾਤੀਆਂ। ਲੈ ਵੇਖ ਲਓ ਉੱਥੇ ਦੀਵਾਨ ਸਜਿਆ ਫਿਰ ਸੰਤ ਮਹਾਰਾਜ ਜੀ ਦਾ। ਪੂਰਾ 1.5 ਘੰਟਾ ਮਹਾਰਾਜ ਆਨੰਦ ਵਰਤਾਉਂਦੇ ਹੁੰਦੇ ਸੀ। ਇਹਨੇ ਦੀਵਾਨ ਸੁਣਿਆ ਤੇ ਮਹਾਰਾਜ ਨੇ ਇਹਦਾ ਨਾਂ ਵੀ ਨਹੀਂ ਲਿਆ। ਇਹ ਵੱਡਿਆਂ ਦੀ ਚਾਲੀ ਹੈ, ਨਾ ਕਿਸੇ ਦੀ ਨਿੰਦਿਆ ਕਰਨੀ ਹੈ ਇੱਥੇ, ਤੇ ਨਾ ਕਿਸੇ ਦੀ ਵਡਿਆਈ ਕਰਨੀ ਹੈ। ਐਵੇਂ ਇਹ ਹੁੰਦੀ ਆ ਮਹਾਂਪੁਰਖਾਂ ਦੀ ਚਾਲੀ। ਫੇਰ ਚਰਨੀ ਡਿੱਗਿਆ, ਕਹਿੰਦਾ ਮਹਾਰਾਜ ਮੈਂ ਲੇਟ ਹੋ ਗਿਆ ਸੀ। ਇਹਨੂੰ ਕਹਿੰਦੇ ਨੇ ਸਾਧੂ ਐਡੀ ਬੇਪਰਵਾਹੀ। ਐਡੀ ਬੇਪਰਵਾਹੀ ਕਦੋਂ ਆਊਗੀ? ਜਦੋਂ ਬੇਪਰਵਾਹ ਨਾਲ ਕੋਈ ਜੁੜੂਗਾ। ਅਕਾਲ ਪੁਰਖ ਬੇਪਰਵਾਹ, ਉਹਦੇ ਨਾਲ ਜੁੜਨ ਵਾਲਾ ਵੀ ਫਿਰ ਬੇਪਰਵਾਹ ਹੋ ਜਾਂਦਾ। ਉਹ ਨਿਰਵੈਰ ਹੈ ਅਕਾਲ ਪੁਰਖ, ਉਹਦੇ ਨਾਲ ਜੁੜਨ ਵਾਲਾ ਵੀ ਨਿਰਵੈਰ ਹੋ ਜਾਊਗਾ। ਤੇਰੇ ਵੈਰ ਮੁੱਕ ਜਾਣਗੇ ਸਭ ਨਾਲ। ਉਹਨੂੰ ਡਰ ਨਹੀਂ ਕਿਸੇ ਦਾ, ਅਕਾਲ ਪੁਰਖ ਨੂੰ। ਤੂੰ ਵੀ ਨਿਰਭੈ ਹੋ ਜਾਏਗਾ, ਅਕਾਲ ਪੁਰਖ ਨਾਲ ਜੇ ਜੁੜ ਜਾਏਗਾ। ਲੈ ਮਨਸੂਰ ਜੇਲ੍ਹ 'ਚ ਕੈਦ ਹੈ। ਕਿੱਧਰ ਸੌ ਜਾਣਾ? ਆ ਬੰਦ ਹੋ ਗਿਆ। ਮਨਸੂਰ ਕੈਦ ਹੈ, ਇਹਨੂੰ ਪਰਵਾਹ ਕੋਈ ਨਹੀਂ, ਇਹਦੇ ਸਰੀਰ ਤੇ ਕੱਪੜਾ ਕੋਈ ਨਹੀਂ, ਕੇਸ ਖੁੱਲੇ ਹੈ। ਆਪਣੇ ਆਨੰਦ ਵਿੱਚ ਰਾਜਾ ਕਹਿੰਦਾ ਇਹਨੂੰ ਖਾਣ ਵਾਸਤੇ ਕੁਝ ਨਹੀਂ ਦੇਣਾ, ਕੱਲਾ ਪਾਣੀ ਦੇਣਾ ਪੀਣ ਵਾਸਤੇ। ਪਰ ਉਹਨੂੰ ਪਤਾ ਨਹੀਂ ਸੀ ਕਿ ਤਨ ਤੋਂ ਸੰਪਰਕ ਉੱਪਰ ਚਲਿਆ ਗਿਆ। ਇਹ ਸਰੀਰ ਅੰਨਮਈ ਪੋਸ਼ ਹੈ। ਇੱਕ ਸਟੇਜ ਇਹੋ ਜਿਹੀ ਆਉਂਦੀ ਹੈ, ਸਰੀਰ ਤੋਂ ਪਰੇ ਚਲੇ ਜਾਂਦੀ ਹੈ ਸੁਰਤ, ਪਾਣੀ ਦੇ ਸਹਾਰੇ ਜ਼ਿੰਦਗੀ ਲੰਘਦੀ ਹੈ। ਮਨਸੂਰ ਜੇਲ੍ਹ 'ਚ ਬੰਦ ਹੈ, ਇਹਨੂੰ ਪਰਵਾਹ ਕੋਈ ਨਹੀਂ। ਈਰਖਾਲੂ ਲੋਕ, ਵਿਰੋਧੀ ਲੋਕ ਬੜੇ ਖੁਸ਼ ਹੈ, ਕਹਿੰਦੇ ਹੁਣ ਜੇਲ੍ਹ ਵਿੱਚ ਬੈਠਾ ਹੈ, ਕਹਿੰਦਾ ਸੀ ਮੈਂ ਖੁਦਾ, ਮੈਂ ਖੁਦਾ, ਮੈਂ ਰੱਬ। ਲੋਕ ਬੜੀਆਂ ਗੱਲਾਂ ਕਰਦੇ ਹੈ, ਦੁਨੀਆ ਖੁਸ਼ ਬੜੀ ਹੁੰਦੀ ਹੈ। ਪਰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਆ ਭੀੜ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਹੈ। ਇਹਦਾ ਕੋਈ ਮਿੱਤਰ ਸੀ ਮਹਾਂਪੁਰਖ ਸਾਈਂ ਜੁਨੇਦ। ਉਹ ਫਿਰ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਜਾਂਦਾ ਹੈ। ਮਨਸੂਰਾ ਤੂੰ ਯਾਰ ਹੈ ਮੇਰਾ, ਬੰਦਗੀ ਮੈਂ ਵੀ ਬੜੀ ਕੀਤੀ ਹੈ,
ਪਰ ਮੇਰੇ ਮਨ ਵਿੱਚ ਕੁਝ ਸ਼ੰਕੇ ਨੇ, ਸਵਾਲ ਨੇ, ਕੁਝ ਜਵਾਬ ਦੇ ਜਾ। ਮੈਨੂੰ ਪਤਾ ਹੈ ਆ ਸਮੇਂ ਦੀਆਂ ਸਰਕਾਰਾਂ ਨੇ ਤੈਨੂੰ ਛੱਡਣਾ ਨਹੀਂ, ਤੈਨੂੰ ਦੁਨੀਆ ਤੋਂ ਤੋੜ ਦੇਣਾ, ਤੈਨੂੰ ਮਾਰ ਦੇਣਾ। ਇਹ ਤੋਂ ਬਾਅਦ ਜਿਉਂਦਾ ਤੇ ਮੈਂ ਵੀ ਨਹੀਂ ਰਹਿਣਾ, ਮੈਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਚੜ੍ਹਾਈ ਤਾਂ ਕਰ ਹੀ ਜਾਣਾ। ਪਰ ਮੇਰੇ ਕੁਝ ਕੁ ਸ਼ੰਕੇ ਨੇ, ਕੁਝ ਸਵਾਲ ਹੈ ਮੇਰੇ ਅੰਦਰ, ਆ ਜਵਾਬ ਦੇ ਜਾ। ਮਨਸੂਰ ਕਹਿੰਦਾ ਪੁੱਛ। ਉਹ ਕਹਿੰਦਾ ਦਾਨ ਦੀ ਹੱਦ ਕੀ ਹੈ? ਦਾਨ ਕਿਹਨੂੰ ਕਹਿੰਦੇ ਹੈ? ਤਿਆਗ ਕਿਹਨੂੰ ਕਹਿੰਦੇ ਹੈ? ਤਿਆਗ ਦੀ ਹੱਦ ਕੀ ਹੈ? ਤੀਜਾ ਸਵਾਲ ਹੈ ਮੇਰਾ, ਪ੍ਰੇਮ ਦੀ ਹੱਦ ਕੀ ਹੈ? ਪਿਆਰ ਦੀ ਹੱਦ, ਭਗਤੀ ਦੀ ਹੱਦ ਕੀ ਹੈ? ਉਹਨੇ 3 ਸਵਾਲ ਪੁੱਛੇ। ਮਨਸੂਰ ਕਹਿੰਦਾ ਯਾਰ ਪਹਿਲਾਂ ਮੈਂ ਤੇਰੇ ਸਵਾਲ ਦਾ ਜਵਾਬ ਦਊਂਗਾ, ਦਾਨ ਦੀ ਹੱਦ ਕੀ ਹੈ, ਪਰ ਅੱਜ ਦੀ ਰਾਤ ਤੈਨੂੰ ਮੇਰੇ ਕੋਲ ਰੁਕਣਾ ਪਊਗਾ। ਦਿਨ ਚੜੇ ਇੱਕ ਤੈਨੂੰ ਮੈਂ ਖੇਡ ਵਿਖਾਊਂਗਾ, ਸਾਰਾ ਦਿਨ ਖੇਡ ਚੱਲੂਗੀ, ਰਾਤ ਨੂੰ ਤੇਰੇ ਸਵਾਲ ਦਾ ਜਵਾਬ ਦਊਂਗਾ। ਉਹ ਕਹਿੰਦਾ ਖੇਡ ਕਿਹੜੀ ਹੈ? ਮਨਸੂਰ ਜੀ ਹੱਸਦੇ ਐ, ਮੁਸਕਰਾਉਂਦੇ। ਫਕੀਰਾ ਆ ਸਮੇਂ ਦੇ ਲੋਕਾਂ ਨੇ ਕੱਲ ਨੂੰ ਮੈਨੂੰ ਸ਼ਹਿਰ ਦੇ ਚਰਾਹੇ 'ਚ ਖੜਾ ਦੇਣਾ, ਮੇਰੇ ਆਲੇ ਦਾਲੇ ਪੱਥਰਾਂ ਦਾ ਢੇਰ ਲਾ ਦੇਣਾ। ਲੋਕ ਆਉਣਗੇ, ਮੇਰੇ ਪੱਥਰ ਮਾਰ ਮਾਰ ਕੇ ਲੰਘਣਗੇ, ਇਹ ਕਾਫਰ ਹੈ। ਸਾਰਾ ਦਿਨ ਮੇਰੇ ਪੱਥਰ ਪੈਣਗੇ ਤੇ ਰਾਤ ਨੂੰ ਤੈਨੂੰ ਤੇਰੇ ਸਵਾਲ ਦਾ ਜਵਾਬ ਦਊਂਗਾ, ਦਾਨ ਦੀ ਹੱਦ ਕੀ ਹੈ? ਉਹ ਫਕੀਰ ਭੁੱਬਾ ਮਾਰ ਕੇ ਰੋ ਪਿਆ, ਮਨਸੂਰਾ ਆ ਐਡੇ ਵੱਡੇ ਜ਼ੁਲਮ ਨੂੰ ਤੂੰ ਖੇਡ ਸਮਝਦਾ ਹੈ? ਇਹ ਪੱਥਰਾਂ ਦੀ ਮਾਰ ਨੂੰ ਤੂੰ ਖੇਡ ਸਮਝਦਾ ਹੈ? ਮਨਸੂਰ ਕਹਿੰਦਾ ਖੇਡ ਹੀ ਹੈ, ਹੋਰ ਕੀ ਹੈ? ਪੱਥਰ ਪੈਂਦੇ ਕਿਹਦੇ ਹੁੰਦੇ ਐ? ਕੌਣ ਪੁੱਛਦੇ ਕਾਮਾਂ ਤੇ ਗਿੱਦੜਾਂ ਨੂੰ? ਕੌਂ ਤੇ ਗਿੱਦੜਾਂ ਨੂੰ ਕਿਹੜਾ ਪੁੱਛਦਾ ਹੈ? ਬੰਦ ਪਿੰਜਰਿਆਂ ਦੇ ਵਿੱਚ ਸ਼ੇਰ ਹੁੰਦੇ। ਆ ਜੇਲ੍ਹ ਦੀ ਗੱਲ ਕਰਦਾ ਹੈ, ਪਿੰਜਰਿਆਂ 'ਚ ਸ਼ੇਰ ਪੈਂਦੇ ਐ। ਆ ਪਿੰਜਰੇ 'ਚ ਸ਼ੇਰ ਵੜਦੇ ਐ, ਕਿਹੜਾ ਕਾਮਾਂ ਤੇ ਗਿੱਦੜਾਂ ਨੂੰ ਪਿੰਜਰਿਆਂ 'ਚ ਪਾਉਂਦਾ ਹੈ? ਇਹ ਸ਼ੇਰਾਂ ਦੀ ਚਾਲੀ ਹੈ। ਆ ਜਿਹੜਾ ਭਗਵਾ ਰੰਗ ਹੈ ਨਾ ਗੁਰਮੁਖੋ, ਵੱਡਿਆਂ ਮਹਾਂਪੁਰਖਾਂ ਨੂੰ ਪੁੱਛ ਲਿਆ ਕਿਸੇ ਨੇ, ਕੋਈ ਬਾਹਲਾ ਹੀ ਸਿਆਣਾ ਚਲਿਆ ਗਿਆ, ਸੰਤ ਮਹਾਰਾਜ ਵੀਰ ਰਮਦਾਸ ਜੀ, ਸੰਤ ਮਹਾਰਾਜ ਪੂਰਨਦਾਸ ਜੀ, ਉਹ ਭਗਵੇਂ ਵਸਤਰ ਪਾਉਂਦੇ ਸੀ, ਐ ਲਾਈਟ ਜਿਹਾ ਕਲਰ। ਬਾਬਾ ਜੀ ਗਿੱਦੜ ਰੰਗੇ ਕੱਪੜੇ ਏ, ਆ ਗਿੱਦੜ ਰੰਗੇ ਪਾਈ ਫਿਰਦੇ ਹੋ, ਇਹ ਗਿੱਦੜਾਂ ਦਾ ਰੰਗ ਹੈ। ਬਾਬਾ ਜੀ ਕਹਿੰਦੇ ਗਿੱਦੜਾਂ ਦਾ ਰੰਗ ਨਹੀਂ, ਇਹ ਬੱਬਰ ਸ਼ੇਰਾਂ ਦਾ ਰੰਗ ਹੈ। ਬੱਬਰ ਸ਼ੇਰ ਵੀ ਇਹੋ ਜਿਹੀ ਹੁੰਦੀ ਹੈ, ਇਹ ਸ਼ੇਰਾਂ ਦਾ ਰੰਗ ਹੈ। ਮਹਾਰਾਜ ਅੰਦਰ ਹੀ ਬੜੇ ਬੈਠੇ ਹੋ, ਕਹਿੰਦੇ ਘੁਰਨਿਆਂ 'ਚ ਹੀ ਰਹਿੰਦੇ ਆ ਸ਼ੇਰ, ਕਿਤੇ ਐਵੇਂ ਨਹੀਂ ਘੁਰਨੇ 'ਚ ਵੜ ਜਾਈਦਾ। ਇਹ ਕੱਲਾ ਘੁਰਨਿਆਂ ਦੇ ਵਿੱਚ ਠੂਹੇ ਸੱਪ ਸੀਹਾਂ ਨਹੀਂ ਰਹਿੰਦੀਆਂ, ਸਾਰੇ ਘੁਰਨੇ ਖਾਲੀ ਨਹੀਂ ਹੁੰਦੇ, ਕਿਤੇ ਬੱਬਰ ਸ਼ੇਰ ਵੀ ਬੈਠਾ ਹੁੰਦਾ ਹੈ। ਜਿਵੇਂ ਅੱਜ ਕੱਲ ਰੌਲਾ ਪੈਂਦਾ ਵੀ ਸੰਤ ਹੀ ਕੋਈ ਨਹੀਂ, ਤੁਹਾਡਾ ਵੀ ਕਸੂਰ ਨਹੀਂ ਕੋਈ, ਤੁਹਾਨੂੰ ਮਿਲਿਆ ਹੀ ਨਹੀਂ ਚੱਜ ਦਾ ਕੋਈ, ਤੁਹਾਡਾ ਵਾਹੀ ਅਧੂਰਿਆਂ ਨਾਲ ਪਿਆ ਹੋਇਆ। ਪਤਾ ਕੀ ਹੈ ਵੀ ਸੰਤ ਕੀ ਹੁੰਦੇ ਆ? ਵੇਖ ਲਓ ਬਾਬਾ ਜੀ ਜਿਨ੍ਹਾਂ ਦੀ ਆਪਾਂ ਯਾਦ 'ਚ ਬੈਠੇ ਆ, ਕਿੱਡੀ ਕਮਾਈ ਦੇ ਮਾਲਕ, ਕੱਲੀ ਕੱਲੀ ਗੱਲ ਸੁਣਾਉਣ ਲੱਗ ਜੀ ਸਮਾਂ ਬੜਾ ਲੱਗ ਜੂਗਾ। ਆਪਾਂ ਨੂੰ ਦਰਸ਼ਨ ਹੀ ਨਹੀਂ ਹੋਏ ਸਾਧੂਆਂ ਮਹਾਂਪੁਰਖਾਂ ਦੇ, ਸੰਤ ਮਹਾਰਾਜ ਮਸਤੂਆਣੇ ਵਾਲੇ ਉਹਨਾਂ ਵਰਗਿਆਂ ਦੇ, ਬਾਬਾ ਜੀ ਨਾਨਕਸਰ ਵਾਲਿਆਂ ਵਰਗਿਆਂ ਦੇ। ਆਪਣਾ ਵਾਹੀ ਅਧੂਰਿਆਂ ਨਾਲ ਪਿਆ ਹੋਇਆ, ਕੱਚੀਆਂ ਪਿੱਲਿਆਂ ਨਾਲ ਆਪਾਂ ਤਾਂ ਹੀ ਸਭ ਨੂੰ ਇੱਕੋ ਹੀ ਰੱਸੇ ਨਗਾ ਦਿੰਦੇ ਆ, ਬੇਖਾਨੀ ਸੰਤ ਹੁੰਦੇ ਹੀ ਇਹ ਜਿਹੇ। ਮਨਸੂਰ ਕਹਿੰਦੇ ਪੱਥਰਾਂ ਦੀਆਂ ਮਾਰਾਂ ਪੈਂਦੀਆਂ ਹੁੰਦੀਆਂ। ਕੌਣ ਪੁੱਛਦਾ ਕਾਮਾਂ ਤੇ ਗਿੱਦੜਾਂ ਨੂੰ? ਬੰਦ ਪਿੰਜਰਿਆਂ ਦੇ ਵਿੱਚ ਸ਼ੇਰ ਹੁੰਦੇ।
ਪੱਥਰ ਉਸ ਬੇਰੀ ਨੂੰ ਵੱਜਦੇ ਨੇ, ਜਿਹੜੀ ਬੇਰੀ ਦੇ ਮਿੱਠੜੇ ਵੇਰ ਹੁੰਦੇ। ਕਿੱਕਰਾਂ ਦੇ ਪੱਥਰ ਕੌਣ ਮਾਰਦਾ? ਆ ਕਿੱਡੇ ਕਿੱਡੇ ਉੱਚੇ ਦਰਖਤ ਖਲੋਤੇ ਐ ਸਿੰਬਲ, ਇਹਨਾਂ ਨੂੰ ਕੌਣ ਪੁੱਛਦਾ ਕਿਹੜਾ ਪੱਥਰ ਮਾਰਦਾ? ਆ ਸਪੀਕਰ ਬੰਦ ਹੀ ਨਾ ਕਰਾਇਆ ਜੀ ਬਾਬਾ ਜੀ, ਬੰਦ ਨਾ ਕਰਾ ਦੀ, ਸਪੀਕਰ ਬੰਦ ਹੋ ਜਾਊਗਾ ਅੱਧੇ ਘੰਟੇ ਨਾਲ, ਕੀ ਹੋ ਜਾਊਗਾ? ਜਾਓਗੇ ਕਿ ਜਾਣਾ? ਪੱਥਰ ਉਸ ਬੇਰੀ ਦੀ ਵੱਜਦੇ ਹੁੰਦੇ ਐ, ਜਿਹੜੀ ਬੇਰੀ ਦੇ ਮਿੱਠੜੇ ਬੇਰ ਹੁੰਦੇ ਐ। ਉਸ ਬੇਰੀ ਦਾ ਕਸੂਰ ਕੀ ਹੁੰਦਾ ਹੈ? ਉਹਦਾ ਇੱਕੋ ਹੀ ਕਸੂਰ ਹੈ, ਉਹਨੂੰ ਮਿੱਠੇ ਬੇਰ ਲੱਗੇ ਐ ਤੇ ਲੋਕ ਉਹਦੇ ਪੱਥਰ ਮਾਰਦੇ ਹੁੰਦੇ ਐ, ਤੇ ਬੇਰੀ ਫਿਰ ਵੀ ਮਿੱਠੇ ਬੇਰ ਦਿੰਦੀ ਹੁੰਦੀ ਹੈ। ਕੱਲ ਨੂੰ ਮੇਰੇ ਪੱਥਰ ਵੱਜਣਗੇ, ਆ ਜੀ ਵੇਖ ਲਈ ਆ ਕੇ ਸਾਰਾ ਤਮਾਸ਼ਾ, ਤੇ ਰਾਤ ਨੂੰ ਫੇਰ ਆ ਜੀ ਤੇਰੇ ਸਵਾਲ ਦਾ ਜਵਾਬ ਦਊਂਗਾ। ਉਹ ਫਕੀਰ ਰੋਂਦਾ, ਉਹਨੇ ਰਾਤ ਕੱਟੀ, ਅਗਲਾ ਦਿਨ ਚੜਦਾ, ਸ਼ਹਿਰ ਦਾ ਚੁਰਾਹਾ, ਉੱਥੇ ਮਨਸੂਰ ਨੂੰ ਖੜਾ ਦਿੱਤਾ ਜਾਂਦਾ, ਉਹਦੇ ਕੋਲੇ ਪੱਥਰਾਂ ਦਾ ਢੇਰ ਲਾਤਾ, ਤੇ ਮੌਕੇ ਦੇ ਬਾਦਸ਼ਾਹ ਨੇ ਹੁਕਮ ਸੁਣਾਤਾ ਕਿ ਜਿਹੜਾ ਵੀ ਲੰਘੇ ਮਨਸੂਰ ਦੇ 2-2 ਪੱਥਰ ਮਾਰ ਕੇ ਲੰਘੇ। ਬਸ ਫਿਰ ਲੋਕ ਲੰਘਦੇ ਐ, ਮਨਸੂਰ ਖਲੋਤੇ, ਲੋਕ ਪੱਥਰ ਮਾਰਦੇ ਐ। ਮਨਸੂਰ ਹੱਸਦਾ, ਇਹ ਲੋਕ ਅਣਜਾਣ ਨੇ, ਇਹਨਾਂ ਨੂੰ ਕੀ ਪਤਾ ਹੈ, ਇਹ ਪਾਪ ਨੂੰ ਧਰਮ ਸਮਝੀ ਜਾਂਦੇ ਐ। ਇਹ ਮੇਰੇ ਪੱਥਰ ਮਾਰਦੇ ਨੇ, ਪਾਪ ਕਰਦੇ ਐ, ਪਰ ਇਹਨੂੰ ਧਰਮ ਸਮਝਦੇ ਐ। ਇਹ ਕਹਿੰਦੇ ਆ ਮੈਂ ਕਾਫਰ ਹਾਂ। ਲੋਕ ਪੱਥਰ ਮਾਰਦੇ ਐ, ਮਨਸੂਰ ਦੇ ਖੂਨ ਵਗਦਾ, ਇੱਕ ਫਕੀਰ ਉਹਦੇ ਕੋਲ ਦੀ ਲੰਘਦਾ, ਉਹ ਜਾਣਦਾ ਸੀ ਮਨਸੂਰ ਦੀ ਅਵਸਥਾ। ਉਹਨੇ ਬਾਦਸ਼ਾਹ ਦਾ ਹੁਕਮ ਸੁਣ ਲਿਆ, ਕਹਿੰਦੇ ਪੱਥਰ ਮਾਰ ਕੇ ਲੰਘੀ। ਉਹ ਕਹਿੰਦਾ ਮੈਂ ਨਹੀਂ ਮਾਰ ਸਕਦਾ ਪੱਥਰ। ਕਹਿੰਦੇ ਫਿਰ ਕੁਝ ਨਾ ਕੁਝ ਤੇ ਮਾਰਨਾ ਪਊਗਾ। ਉਹਨੇ ਫਿਰ 2 ਫੁੱਲ ਮਾਰੇ ਮਨਸੂਰ ਦੇ। ਜਦ ਫੁੱਲ ਵੱਜਦੇ ਐ, ਮਨਸੂਰ ਤਾਹਾਂ ਮਾਰ ਮਾਰ ਕੇ ਰੋ ਪਿਆ। ਲੋਕ ਵੇਖਦੇ ਐ, ਮਨਸੂਰ ਕਹਿੰਦਾ ਯਾਰ ਆਹ ਦੁਨੀਆ ਦੇ ਲੋਕ ਅਣਜਾਣ ਨੇ, ਰੱਬ ਦੀ ਦਰਗਾਹ 'ਚ ਬਖਸ਼ੇ ਜਾਣਗੇ, ਪਰ ਤੂੰ ਤੇ ਜਾਣਦਾ, ਤੂੰ ਕਿੱਥੋਂ ਬਖਸ਼ਿਆ ਜਾਵੇਂਗਾ? ਤੇਰੇ ਫੁੱਲ ਮੈਨੂੰ ਤਲਵਾਰਾਂ ਤੋਂ ਵੀ ਤਿੱਖੇ ਲੱਗਦੇ ਐ। ਤਿੱਖੇ ਲੱਗਦੇ ਵਾਂਗ ਤਲਵਾਰਾਂ, ਤੂੰ ਤੇ ਮੇਰਾ ਆਪਣਾ ਹੈ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਯਾਰ ਹੈ। ਤਿੱਖੇ ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਤਲਵਾਰਾਂ ਨਾ ਵਜਾ, ਸਿੱਧੇ ਹੱਥ ਮਾਰ ਬੰਦਿਆ। ਤਿੱਖੇ ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਤਿੱਖੇ ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ। ਤੇਰੇ ਫੁੱਲ ਮੈਨੂੰ ਤਲਵਾਰਾਂ ਤੋਂ ਵੀ ਤਿੱਖੇ ਲੱਗਦੇ ਐ। ਤੂੰ ਸਭ ਕੁਝ ਜਾਣਦਾ ਫਿਰ ਵੀ ਵਾਰਦਾ। ਅੱਲਾਹ ਤਾਲਾ ਦੀ ਦਰਗਾਹ 'ਚ ਬਖਸ਼ਿਆ ਕਿੱਥੋਂ ਜਾਏਗਾ? ਲੱਗਦੇ ਵਾਂਗ ਤਲਵਾਰਾਂ, ਫੁੱਲ ਮੈਨੂੰ ਆਪਣੇ ਯਾਰਾਂ ਦੇ।
ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਆਪਣੇ ਯਾਰਾਂ ਦੇ, ਆਪਣੇ ਯਾਰਾਂ ਦੇ, ਓਏ ਆਪਣੇ ਯਾਰਾਂ ਦੇ, ਆਪਣੇ ਯਾਰਾਂ ਦੇ, ਆਪਣੇ ਯਾਰਾਂ ਦੇ, ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਉਹ ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ, ਲੱਗਦੇ ਵਾਂਗ ਤਲਵਾਰਾਂ ਫੁੱਲ ਮੈਨੂੰ ਆਪਣੇ ਯਾਰਾਂ ਦੇ। ਤੂੰ ਮੇਰਾ ਆਪਣਾ ਹੈ, ਤੂੰ ਮੇਰੇ ਫੁੱਲ ਮਾਰੇ, ਤੂੰ ਕਾਹਦੇ ਵਾਸਤੇ ਮਾਰਦਾ ਹੈ? ਉਹਨੇ ਫਿਰ ਬੜੇ ਪਿਆਰ ਦੇ ਨਾਲ ਇੱਕ ਰੋਟੀ ਦਾ ਟੁਕੜਾ ਮਨਸੂਰ ਨੂੰ ਫੜਾਇਆ। ਲੈ ਮਨਸੂਰਾ, ਮੈਨੂੰ ਪਤਾ 1 ਸਾਲ ਹੋ ਗਿਆ ਤੈਂ ਖਾਧਾ ਕੁਝ ਨਹੀਂ, ਆ ਰੋਟੀ ਦਾ ਟੁਕੜਾ ਮੇਰੇ ਵੱਲੋਂ ਇੱਕ ਪਿਆਰ ਦੀ ਭੇਟਾ ਸਮਝ ਕੇ ਪ੍ਰਵਾਨ ਕਰ ਲੈ। ਮਨਸੂਰ ਨੇ ਬੜੇ ਪਿਆਰ ਦੇ ਨਾਲ ਉਹਦਾ ਇੱਕ ਰੋਟੀ ਦਾ ਟੁਕੜਾ ਸਾਂਭ ਕੇ ਆਪਣੇ ਕੋਲ ਰੱਖ ਲਿਆ। ਸ਼ਰੀਰ ਲਹੂ ਲਹਾਨ ਹੈ, ਮਨਸੂਰ ਮੁਸਕਰਾਉਂਦਾ ਹੈ। ਰਾਤ ਨੂੰ ਫੇਰ ਜੇਲ੍ਹ ਵਿੱਚ ਲੈ ਜਾਂਦੇ ਐ ਤੇ ਉਹੀ ਫਕੀਰ ਆ ਗਿਆ, ਮਨਸੂਰਾ ਮੇਰੇ ਸਵਾਲ ਦਾ ਜਵਾਬ ਦੇ ਦੇ, ਦਾਨ ਦੀ ਹੱਦ ਕੀ ਹੈ? ਮਨਸੂਰ ਨੇ ਇੱਕ ਰੋਟੀ ਦਾ ਟੁਕੜਾ ਦੇਤਾ, ਲੈ ਰੱਖ ਲੈ, ਇਹ ਤੇਰੇ ਸਵਾਲ ਦਾ ਜਵਾਬ ਹੈ। ਉਹ ਕਹਿੰਦਾ ਇਹ ਕਿਵੇਂ? ਮਨਸੂਰ ਕਹਿੰਦਾ ਮੇਰੇ ਪੱਲੇ ਕੁਝ ਨਹੀਂ, ਮੈਨੂੰ ਮਿਲਿਆ ਕੁਝ ਨਹੀਂ, ਸਾਲ ਦਾ ਇੱਕ ਰੋਟੀ ਦਾ ਟੁਕੜਾ ਨਸੀਬ ਹੋਇਆ, ਜੇ ਮੈਂ ਖਾ ਵੀ ਲਊਂਗਾ ਕਿਤੇ ਸਦਾ ਥੋੜੀ ਬੈਠੇ ਰਹਿਣਾ। ਆ ਰੋਟੀ ਦਾ ਟੁਕੜਾ ਤੂੰ ਰੱਖ ਲੈ, ਇਹ ਦਾਨ ਦੀ ਹੱਦ ਹੈ। ਜੋ ਕੁਝ ਕੋਲ ਹੋਵੇ ਆਪਣੇ ਪਿਆਰੇ ਤੋਂ ਵਾਰ ਦੇਣਾ, ਇਹਨੂੰ ਕਹਿੰਦੇ ਆ ਦਾਨ ਦੀ ਹੱਦ। ਸਭ ਕੁਝ ਵਾਰ ਦੇਣਾ ਜੋ ਕੁਝ ਕੋਲ ਹੈ, ਇਹ ਦਾਨ ਦੀ ਹੱਦ ਹੈ। ਉਹਨੇ ਅਗਲਾ ਸਵਾਲ ਪੁੱਛਿਆ, ਕਹਿੰਦਾ ਤਿਆਗ ਦੀ ਹੱਦ ਕੀ ਹੈ? ਮਨਸੂਰ ਪੈ ਗਿਆ, ਉਹਨੇ ਪਏ ਨੇ ਆਪਣਾ ਸਰੀਰ ਛੱਡਤਾ। ਜਿਵੇਂ ਸੱਪ ਕੁੰਝ ਲਾ ਕੇ ਨਿਕਲ ਜਾਂਦੇ ਨਾ, ਮਹਾਤਮਾ ਲੋਕ ਵੀ ਸਰੀਰ ਐਂ ਤਿਆਗ ਦਿੰਦੇ ਐ। ਇਹ ਸਰੀਰ ਨੂੰ ਤਿਆਗ ਕੇ ਵੀ ਏਦਾਂ ਚਲੇ ਜਾਂਦੇ ਐ ਰੱਬ ਦੇ ਪਿਆਰੇ। ਉਹ ਨਬਜਾਂ ਫੜ ਕੇ ਵੇਖਦਾ, ਮਨਸੂਰ ਤੇ ਹੈ ਹੀ ਨਹੀਂ ਸਰੀਰ ਵਿੱਚ, ਇਹ ਤੇ ਖਾਲੀ ਪਿੰਜਰਾ ਹੀ ਪਿਆ। ਇਹ ਚੜ੍ਹਾਈ ਕਰ ਗਿਆ। ਉਹ ਫਕੀਰ ਫਿਰ ਭੁੱਬਾਂ ਮਾਰ ਮਾਰ ਕੇ ਰੋ ਪਿਆ। ਮਨਸੂਰ ਤੁਰ ਗਿਆ ਦੁਨੀਆ ਤੋਂ, ਚੜ੍ਹਾਈ ਕਰ ਗਿਆ। ਥੋੜੇ ਸਮੇਂ ਬਾਅਦ ਮਨਸੂਰ ਉੱਠ ਕੇ ਬਹਿ ਜਾਂਦਾ ਹੈ। ਉਹ ਫਕੀਰ ਕਹਿੰਦਾ ਇਹ ਕੀ ਕਰਦਾ ਹੈ? ਕਾਹਦੇ ਵਾਸਤੇ ਮਰ ਮਰ ਕੇ ਵਿਖਾਉਣਾ ਹੈ? ਮਨਸੂਰ ਕਹਿੰਦਾ ਫਕੀਰਾ, ਜਿੱਥੇ ਪਹੁੰਚ ਕੇ ਸਰੀਰ ਦੀ ਵੀ ਹੰਗਤਾ ਮਮਤਾ ਖਤਮ ਹੋ ਜੇ, ਜਿੱਥੇ ਪਹੁੰਚ ਕੇ ਸਰੀਰ ਦਾ ਵੀ ਮੋਹ ਨਾ ਰਹੇ, ਇਹਨੂੰ ਤਿਆਗਣ ਲੱਗਿਆਂ ਵੀ ਜਦੋਂ ਕੋਈ ਮੋਹ ਮਮਤਾ ਨਾ ਜਾਗੇ, ਉਹਨੂੰ ਕਿਹਾ ਜਾਂਦਾ ਤਿਆਗ ਦੀ ਹੱਦ। ਆਹ ਹੈ ਤਿਆਗ, ਇਹਨੂੰ ਤਿਆਗ ਕਹਿੰਦੇ ਐ। ਉਹਨੇ ਫਿਰ ਤੀਜਾ ਸਵਾਲ ਪੁੱਛਿਆ, ਕਹਿੰਦਾ ਹੁਣ ਮੈਨੂੰ ਇਹ ਦੱਸ ਪ੍ਰੇਮ ਦੀ ਹੱਦ ਕੀ ਹੈ? ਪ੍ਰੇਮ ਦੀ ਹੱਦ ਕੀ ਹੈ? ਮਨਸੂਰ ਕਹਿੰਦਾ ਇਹ ਪੁੱਛ ਕੇ ਤੈਂ ਕੀ ਲੈਣਾ ਹੈ?
ਦਰਵੇਸ਼ਾ ਮੇਰਿਆ ਮਿੱਤਰਾ ਮੇਰਿਆ ਯਾਰ, ਕੀ ਲੈਣਾ ਪ੍ਰੇਮ ਦੀ ਹੱਦ ਪੁੱਛ ਕੇ। ਤੈਂ ਕੀ ਲੈਣੇ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣੇ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣੇ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣੇ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਕੀ ਲੈਣਾ ਮੇਰੇ ਯਾਰਾ ਪ੍ਰੇਮ ਦੀ ਹੱਦ ਪੁੱਛ ਕੇ। ਤੈਂ ਕੀ ਲੈਣਾ ਹੈ? ਨਾਲ ਫਕੀਰਾਂ ਮਤਾ ਪਕਾ ਕੇ ਪੈਰ ਪਿੱਛੇ ਕੀ ਧਰਨਾ। ਦੁੱਖ ਸੁੱਖ ਭੁੱਖ ਧਿਆਇਆ ਕੱਟਣੀ, ਫਕਰਾਂ ਨੂੰ ਕੋਈ ਡਰਨਾ। ਜਿੱਥੇ ਆਜੇ ਮੌਜ ਫਕਰ ਦੀ ਜਾ ਉੱਥੇ ਹੀ ਬਹਿੰਦਾ। ਐਸਾ ਕੋਈ ਬਿਰਲਾ ਸਿੱਖ ਸਾਧਕ ਜਿਹੜਾ ਅਨਲ ਹੱਕ ਵਿੱਚ ਰਹਿੰਦਾ। ਫਕੀਰੀ ਦਾ ਰਾਹ, ਭਗਤੀ ਦਾ ਰਾਹ, ਪ੍ਰੇਮ ਦਾ ਰਾਹ ਦਰਵੇਸ਼ਾ। ਲਈ ਫਕੀਰੀ ਕਿਆ ਦਿਲਗੀਰੀ, ਮੰਦਿਆਂ ਕਿਸੇ ਨਾ ਕਹਿਣਾ। 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 ਦੁੱਖ ਸੁੱਖ ਭੁੱਖ ਧਿਆਇਆ ਕੱਟਣੀ, ਘਰ ਘਰ ਪੈਂਦੀ ਭਿਖਿਆ ਮੰਗਣੀ। ਹਾਂਜੀ ਹਾਂਜੀ ਕਹਿਣਾ। ਘਰ ਘਰ ਪੈਂਦੀ ਭਿਖਿਆ ਮੰਗਣੀ। ਹਾਂਜੀ ਹਾਂਜੀ ਕਹਿਣਾ। ਘਰ ਘਰ ਪੈਂਦੀ ਭਿਖਿਆ ਮੰਗਣੀ। ਹਾਂਜੀ ਹਾਂਜੀ ਕਹਿਣਾ। ਘਰ ਘਰ ਮੰਗਦੀ ਭਿਖਿਆ, ਹਾਂਜੀ ਹਾਂਜੀ ਕਹਿਣਾ। ਘਰ ਘਰ ਪੈਂਦੀ ਭਿਖਿਆ ਮੰਗਣੀ। ਹਾਂਜੀ ਹਾਂਜੀ ਕਹਿਣਾ। ਘਰ ਘਰ ਪੈਂਦੀ ਭਿਖਿਆ ਮੰਗਣੀ। ਹਾਂਜੀ ਹਾਂਜੀ। ਸੰਤ ਰਹਿਣੇ ਚਾਲ ਫਕਰ ਦੀ, ਜੀਵੰਦਿਆਂ ਮਰ ਰਹਿਣਾ। ਰਹਿਣੇ ਚਾਲ ਫਕਰ ਦੀ, ਜੀਵੰਦਿਆਂ ਮਰ ਰਹਿਣਾ। ਚਾਲ ਫਕਰ ਦੀ, ਜੀਵਦਿਆਂ ਮਰ ਰਹਿਣਾ। ਸੰਤ ਰਹਿਣੇ ਚਾਲ ਫਕਰ ਦੀ, ਜਿਉਂਦਿਆਂ ਹੀ ਮਰ ਰਹਿਣਾ। ਰਹਿਣੇ ਚਾਲ ਫਕਰ ਦੀ, ਜਿਉਂਦਿਆਂ ਹੀ ਮਰ ਰਹਿਣਾ। ਸੰਤ ਰਹਿਣੇ ਚਾਲ ਫਕਰ ਦੀ, ਜਿਉਂਦਿਆਂ ਹੀ ਮਰ ਰਹਿਣਾ। ਆਏ ਫਕੀਰੀ, ਲਈ ਫਕੀਰੀ ਕਿਆ ਦਲਗੀਰੀ। ਫਕੀਰੀ ਧਾਰਨ ਕਰਕੇ ਤੈਨੂੰ ਜਿਉਂਦਾ ਹੀ ਮਰਨਾ ਪੈਣਾ ਹੈ। ਮਰੇ ਦਾ ਨਾ ਹੀ ਮਰੀਦ ਹੈ। ਫਕੀਰ ਕਿਹਨੂੰ ਕਿਹਾ ਜਾਂਦਾ ਹੈ? ਫਕੀਰ ਫੱਫਾ ਫਨਾ ਜਾਣਨਾ, ਰਾਰਾ ਰਮੇ ਹੋਏ ਨਿਰੰਕਾਰ ਨੂੰ ਜਾਣਨਾ। ਫਕੀਰ ਉਹ ਕਹਿੰਦਾ ਮੈਨੂੰ ਪ੍ਰੇਮ ਦੀ ਹੱਦ ਦੱਸ। ਮਨਸੂਰ ਕਹਿੰਦਾ ਕੱਲ ਨੂੰ ਦੱਸੂਗਾ। ਸਜਾਏ ਮੌਤ ਦੀ ਧਾਰਾ ਮੇਰੇ ਤੇ ਲੱਗੀ ਹੋਈ ਹੈ।
ਆ ਦੁਨੀਆ ਦੇ ਲੋਕਾਂ ਨੇ ਕੱਲ ਨੂੰ ਮੈਨੂੰ ਸੂਲੀ ਤੇ ਚੜਾ ਕੇ ਮਾਰ ਦੇਣਾ। ਲੋਕ ਮੇਰੀ ਮੌਤ ਦਾ ਤਮਾਸ਼ਾ ਦੇਖਣਗੇ, ਬੜੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣਗੇ। ਮੈਂ ਸੂਲੀ ਤੇ ਚੜ੍ਹਦਾ ਹੋਊਂਗਾ ਤੇ ਲੋਕ ਤਮਾਸ਼ਾ ਵੇਖਦੇ ਹੋਣਗੇ। ਜਦ ਮੈਂ ਸੂਲੀ ਤੇ ਚੜੂੰਗਾ, ਖੂਨ ਦੀਆਂ ਤਲਾਰਾਂ ਪੈਂਦੀਆਂ ਹੋਣਗੀਆਂ, ਤੈਨੂੰ ਮੈਂ ਫੇਰ ਦੱਸੂਗਾ ਭਗਤੀ ਦੀ ਹੱਦ ਕਿਹੜੀ ਹੈ, ਪ੍ਰੇਮ ਦੀ ਹੱਦ ਕਿਹੜੀ ਹੈ। ਉਹ ਹੈਰਾਨ ਹੁੰਦੇ, ਤੂੰ ਕੱਲ ਨੂੰ ਦੁਨੀਆ ਤੋਂ ਚਲਿਆ ਜਾਣਾ। ਮਨਸੂਰ ਕਹਿੰਦਾ ਮੇਰਾ ਸਰੀਰ ਖਤਮ ਹੋ ਜਾਊਗਾ, ਤੇ ਫਕੀਰ ਰੱਬ ਦੇ ਪਿਆਰੇ ਕਦੇ ਖਤਮ ਨਹੀਂ ਹੁੰਦੇ। ਕਾਇਆ ਕਾਪਰ ਚੀਰ ਬਹੁ ਫਾਰੇ, ਮਹਾਰਾਜ ਕਹਿੰਦੇ ਹਰ ਰੰਗ ਨਾ ਲਹੇ ਸੁਭਾਗਾ। ਇੱਕ ਵਾਰੀ ਨਾਮ ਦਾ ਰੰਗ ਜਦੋਂ ਚੜ ਜਾਂਦਾ ਹੈ, ਭਾਵੇਂ ਕਹਿੰਦੇ ਸਰੀਰਾਂ ਦੇ ਕਈ ਕੱਪੜੇ ਕੋਈ ਧਾਰਨ ਕਰ ਲਵੇ, ਨਾਮ ਦਾ ਰੰਗ ਕਦੇ ਖਤਮ ਨਹੀਂ ਹੁੰਦਾ। ਸਰੀਰ ਬਦਲਦੇ ਰਹਿੰਦੇ ਐ, ਪਰ ਰੱਬ ਦੇ ਪਿਆਰੇ ਕਦੇ ਖਤਮ ਨਹੀਂ ਹੁੰਦੇ। ਕੋਈ ਖਤਮ ਨਹੀਂ ਕਰ ਸਕਦਾ ਗੁਰੂ ਮਹਾਪੁਰਸ਼ਾਂ ਨੂੰ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਉਹ ਸਦਾ ਹੀ ਜਿਉਂਦੇ ਐ। ਵੇਖੀ ਤਮਾਸ਼ਾ ਫਿਰ ਕੱਲ ਨੂੰ ਸਾਡੀ ਮੌਤ ਦਾ, ਵੇਖੀ ਇਕੱਠ ਕਿੰਨਾ ਹੋਊਗਾ, ਲੋਕ ਤਮਾਸ਼ਾ ਦੇਖਣ ਆਉਣਗੇ। ਕਿਸੇ ਤੇ ਹੋ ਰਹੇ ਜ਼ੁਲਮ ਨੂੰ ਲੋਕ ਤਮਾਸ਼ਾ ਸਮਝ ਕੇ ਵੇਖਦੇ ਹੁੰਦੇ ਆ। ਵੇਖਿਓ ਜੇ ਕਿਤੇ ਲੰਘਦੇ ਆ ਨਾ, ਐਕਸੀਡੈਂਟ ਹੋਇਆ ਹੁੰਦਾ ਹੈ, ਉਹ ਵਿਚਾਰਾ ਹਾਏ ਹਾਏ ਕਰਦਾ ਹੁੰਦਾ ਜਿਹੜਾ ਡਿੱਗਿਆ ਹੁੰਦਾ, ਆਪਾਂ ਕਿਵੇਂ ਗੱਡੀਆਂ ਰੋਕ ਕੇ ਤਮਾਸ਼ਾ ਦੇਖਦੇ ਹੁੰਦੇ ਆ। ਇੱਕ ਹੋਰ ਹੀ ਕੰਮ ਚੱਲਿਆ, ਲੋਕ ਵੀਡੀਓ ਬਣਾਉਣ ਤੇ ਜ਼ੋਰ ਹੈ, ਕਿਸੇ ਦੀ ਮਦਦ ਕਰਨ ਵਾਸਤੇ ਕੋਈ ਨਹੀਂ ਆਉਂਦਾ ਹੁੰਦਾ। ਕਿਸੇ ਤੇ ਹੋ ਰਹੇ ਜ਼ੁਲਮ ਨੂੰ ਆਪਾਂ ਤਮਾਸ਼ਾ ਸਮਝਦੇ ਹਾਂ। ਪਹਿਲਾਂ ਆਉਂਦੇ ਹੁੰਦੇ ਸੀ ਨਾ, ਆ ਜਿਹੜੇ ਤਮਾਸ਼ੇ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਕੋਈ ਬਾਂਦਰ ਬਾਂਦਰੀ ਦਾ ਤਮਾਸ਼ਾ, ਉਹ ਬੇਜਵਾਨ ਜੀਵਾਂ ਦੇ ਉੱਤੇ ਜ਼ੁਲਮ ਹੁੰਦਾ ਹੈ, ਉਹ ਡੰਡੇ ਦੇ ਡਰ ਨਾਲ ਨੱਚਦੇ ਐ, ਤੇ ਆਪਾਂ ਨੂੰ ਚਾਅ ਚੜ੍ਹਦਾ ਵੇਖ ਵੇਖ ਕੇ। ਲੋਕ ਜ਼ੁਲਮ ਨੂੰ ਤਮਾਸ਼ੇ ਦੀ ਨਜ਼ਰ ਨਾਲ ਵੇਖਦੇ ਹੁੰਦੇ ਐ। ਅਗਲਾ ਦਿਨ ਚੜ ਗਿਆ, ਸਾਰੇ ਇਲਾਕੇ 'ਚ ਖਬਰ ਫੈਲ ਗਈ, ਅੱਜ ਮਨਸੂਰ ਸੂਲੀ ਤੇ ਚੜਾ ਕੇ ਮਾਰ ਦੇਣਾ। ਲੋਕ ਭੱਜੇ ਹੀ ਆਉਂਦੇ ਆ ਤਮਾਸ਼ਾ ਵੇਖਣ। ਬੜਾ ਇਕੱਠ ਹੋ ਗਿਆ, ਲੋਕ ਭੱਜਦੇ ਇੱਕ ਦੂਜੇ ਨੂੰ ਕਹਿੰਦੇ ਚੱਲੀਏ, ਆ ਵਾਹੇ ਸਖੀ ਚੱਲ ਵੇਖਣ ਚੱਲੀਏ। ਆਸ਼ਿਕ ਸੂਲੀ ਚੜਦੇ ਕਰਨ ਮਜਾਜਾਂ, ਮਰਨੋਂ ਕਦੇ ਨਾ ਡਰਦੇ। ਰੱਬ ਦੇ ਆਸ਼ਿਕ ਸੂਲੀ ਚੜਨ ਲੱਗੇ ਐ, ਲੋਕੀ ਤਮਾਸ਼ਾ ਵੇਖਦੇ ਹੁੰਦੇ ਆ। ਇਕੱਠ ਹੁੰਦਾ, ਲੋਕ ਭੱਜ ਆਉਂਦੇ ਐ। ਮਨਸੂਰ ਨੂੰ ਲਿਆਂਦਾ ਗਿਆ ਜੇਲ੍ਹ ਚੋਂ ਬਾਹਰ। ਜਦੋਂ ਆਏ ਬਾਹਰ ਮਨਸੂਰ ਜੀ, ਉਹਨਾਂ ਦੇ ਸਰੀਰ ਤੇ ਕੱਪੜਾ ਕੋਈ ਨਹੀਂ, ਕੇਸ ਖੁੱਲੇ ਐ। ਸਾਹਮਣੇ ਸੂਲੀ ਤਿਆਰ, ਜਲਾਦ ਖਲੋਤੇ ਐ, ਬਾਦਸ਼ਾਹ ਖਲੋਤਾ ਹੈ। ਇਹ ਬਿਲਕੁਲ ਦਿਗੰਬਰ ਸਾਧੂ, ਇਹਦੇ ਚਿਹਰੇ ਤੇ ਨਾ ਕੋਈ ਉਦਾਸੀ, ਨਾ ਕੋਈ ਗਿਲਾ, ਨਾ ਕੋਈ ਸ਼ਿਕਵਾ। ਅੱਜ ਇਹਨੇ ਦੁਨੀਆ ਤੋਂ ਜਾਣਾ ਹੈ, ਪਰ ਇਹਨੂੰ ਪਰਵਾਹ ਕੋਈ ਨਹੀਂ, ਜਾਣ ਦਾ ਦੁੱਖ ਕੋਈ ਨਹੀਂ। ਆਪਣੇ ਆਨੰਦ ਵਿੱਚ ਇੱਕ ਰਸ ਖਲੋਤਾ ਹੈ। ਦਿਗੰਬਰ ਨਗਨ, ਇਹ ਨਗਨ ਸਾਧੂ, ਇਹ ਗੁਰਮੁਖੋ ਗੁਰੂ ਨਾਨਕ ਦੇ ਘਰ ਵਿੱਚ ਵੀ ਹੋਏ। ਪੰਜਵੇਂ ਪਾਤਸ਼ਾਹ ਕਹਿੰਦੇ, ਨਗਨ ਫਿਰਤ ਰੰਗ ਏਕ ਕੈ, ਸੇ ਸ਼ੋਭਾ ਪਾਇਨ। ਕਹਿੰਦੇ ਜਿਹੜਾ ਵਾਹਿਗੁਰੂ ਦੇ ਪਿਆਰ ਵਿੱਚ ਨੰਗਾ ਹੀ ਹੋ ਗਏ ਨਾ, ਉਹ ਨਗਨ ਸਾਧੂ ਕਹਿੰਦੇ ਮੈਨੂੰ ਬੜਾ ਸੋਹਣਾ ਲੱਗਦਾ ਹੈ। ਲੋਕ ਭੱਜ ਆਉਂਦੇ ਆ ਮਨਸੂਰ ਦੀ ਮੌਤ ਦਾ ਤਮਾਸ਼ਾ ਵੇਖਣ ਵਾਸਤੇ। ਚੱਲੋ ਸਈਓ ਨੀ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਸਈਓ ਨੀ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਸਈਓ ਨਾਲ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨਾਲ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਸਈਓ ਨਾਲ ਵੇਖਣ ਚੱਲੀਏ।
ਚੜਦੇ ਨੇ। ਲੋਕ ਇੱਕ ਦੂਜੇ ਨੂੰ ਕਹਿੰਦੇ ਆ, ਤਮਾਸ਼ਾ ਦੇਖੀਏ। ਚੱਲੋ ਸਈਓ ਨੀ ਵੇਖਣ ਚੱਲੀਏ, ਚੱਲੋ ਸਈਓ ਨੀ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਵੇਖਣ ਚੱਲੀਏ ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨਾਲ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਬੋਲੋ ਚੱਲੀਏ ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨੀ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚੜਦੇ ਚੜਦੇ ਕਰਨ ਮਜਾਜਾਂ, ਚੜਦੇ ਚੜਦੇ ਕਰਨ ਮਜਾਜਾਂ, ਚੜਦੇ ਚੜਦੇ ਕਰਨ ਮਜਾਜਾਂ, ਚੜਦੇ ਕਰਨ ਮਜਾਜਾਂ, ਚੜਦੇ ਚੜਦੇ ਕਰਨ ਮਜਾਜਾਂ, ਚੜਦੇ ਕਰਨ ਮਜਾਜਾਂ, ਚੜਦੇ ਚੜਦੇ ਕਰਨ ਮਜਾਜਾਂ, ਮਰਨੋਂ ਮੂਲ ਨਾ ਡਰਦੇ ਨੇ। ਚਲੋ ਸਈਓ ਨੀ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨਾਲ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨਾਲ ਵੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚੱਲੀਏ ਆਸ਼ਿਕ ਸੂਲੀ ਚੜਦੇ ਨੇ। ਚਲੋ ਸਈਓ ਨਾਲ ਦੇਖਣ ਚੱਲੀਏ, ਆਸ਼ਿਕ ਸੂਲੀ ਚੜਦੇ ਨੇ। ਚੜਦੇ ਚੜਦੇ ਕਰਨ ਮਜਾਜਾਂ, ਮਰਨੋਂ ਮੂਲ ਨਾ ਡਰਦੇ। ਉਹ ਆਨੰਦ ਵਿੱਚ ਸੂਲੀ ਚੜਦੇ। ਸੂਲੀ ਲਿਆਂਦੀ, ਬਾਦਸ਼ਾਹ ਕਹਿੰਦਾ ਕਾਫਰ ਨੂੰ ਸੂਲੀ ਤੇ ਚੜ ਕੇ ਮਾਰ ਦਿਓ। ਸੂਲੀ ਤੇ ਚੜਾਉਣ ਲੱਗੇ ਐ ਮਨਸੂਰ, ਸੂਲੀ ਚੜਦਾ, ਉਹਦੇ ਸਰੀਰ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਗਦੀਆਂ ਨੇ ਤੇ ਉਹਦੇ ਸਰੀਰ ਦੇ ਖੂਨ ਦੇ ਕਤਰੇ ਕਤਰੇ ਵਿੱਚੋਂ ਅਨਲ ਹੱਕ ਦੀ ਆਵਾਜ਼ ਆਉਂਦੀ ਹੈ। ਤੇ ਜਾਂਦਾ ਜਾਂਦਾ ਮਨਸੂਰ ਕਹਿੰਦਾ ਯਾਰ ਆਹ ਹੈ ਪ੍ਰੇਮ ਦੀ ਹੱਦ, ਇਹਨੂੰ ਕਹਿੰਦੇ ਆ ਪ੍ਰੇਮ ਦੀ ਹੱਦ। ਇੱਕ ਕਤਰੇ ਕਤਰੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ, ਪ੍ਰੇਮ ਦੀ ਹੱਦ ਹੈ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ, ਦੋ ਟੋਟੇ ਹੋਏ ਪਏ ਏ। ਦੋ ਟੋਟਿਆਂ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼, ਸ਼ਲੋਕ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦੀਆਂ ਆਵਾਜ਼ਾਂ ਆਉਂਦੀਆਂ। ਆਹ ਹੈ ਪ੍ਰੇਮ ਦੀ ਹੱਦ, ਆਹ ਭਗਤੀ ਦੀ ਹੱਦ। ਧੰਨ ਬਾਬਾ ਦੀਪ ਸਿੰਘ ਜੀ ਸਿਰ ਧੜ ਤੋਂ ਜੁਦਾ ਹੋ ਗਿਆ, ਵੱਡਿਆ ਸੀਸ ਲੈ ਕੇ 17-72 ਸਾਲਾਂ ਦੀ ਉਮਰ ਵਿੱਚ ਲੜਦੇ ਜਾਂਦੇ ਹੈ। ਮੁਖ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼, ਆਹ ਹੈ ਪ੍ਰੇਮ ਦੀ ਹੱਦ। ਬੰਦ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਦਾ, ਬੰਦ ਕੱਟ ਕੇ ਦੋ ਟੋਕਰੇ ਭਰ ਗਏ ਸੀ। ਦੋ ਟੋਕਰਿਆਂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਆਹ ਹੈ ਪ੍ਰੇਮ ਦੀ ਹੱਦ। ਭਾਈ ਦਿਆਲਾ ਜੀ ਦੇਗ 'ਚ ਉਬਾਲੇ ਵਾਲ ਮਾਰਦੇ ਐ, ਚੌਂਕੜਾ ਮਾਰ ਕੇ ਦੇਗ ਵਿੱਚ ਬੈਠੇ, ਪਾਣੀ ਉਬਲਦੇ, ਉੱਪਰੋਂ ਢੱਕੜ ਲਾਤਾ, ਥੱਲੇ ਅੱਗ ਬਲਦੀ ਏ, ਉੱਪਰ ਦੀ ਭਾਫਾਂ ਨਿਕਲਦੀਆਂ, ਭਾਫਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਆਹ ਹੈ ਪ੍ਰੇਮ ਦੀ ਹੱਦ। ਮਨਸੂਰ ਕਹਿੰਦਾ ਯਾਰ ਇਹ ਤੇਰੇ ਤੀਜੇ ਸਵਾਲ ਦਾ ਜਵਾਬ ਹੈ, ਇਹਨੂੰ ਕਿਹਾ ਜਾਂਦਾ ਹੈ ਪ੍ਰੇਮ। ਆਏ ਅਸਲੀ ਆਸ਼ਕੀ, ਰੱਬੀ ਆਸ਼ਕੀ, ਹਕੀਕੀ ਆਸ਼ਕੀ। ਆਸ਼ਿਕ ਆਸ਼ਿਕ ਸਭ ਕੋਈ ਕਹਿੰਦਾ, ਸਿਰ ਟੇਢੀ ਪਗੜੀ ਧਰ ਕੇ, ਸਿਰ ਤੋਂ ਪਰੇ ਇਸ਼ਕ ਦਾ ਡੇਰਾ, ਕੋਈ ਆਸ਼ਿਕ ਪਹੁੰਚਣ ਮਰ ਕੇ, ਉੱਥੇ ਮਰ ਕੇ ਪਹੁੰਚਿਆ ਜਾਂਦਾ ਹੈ। ਸਿਰ ਤੋਂ ਪਰੇ
ਖੂਨ ਦੀਆਂ ਧਾਰਾਂ ਵਗਦੀਆਂ, ਮਨਸੂਰ ਸੂਲੀ ਤੇ ਚੜਦਾ ਹੈ, ਉਹਦੇ ਖੂਨ ਦੇ ਕਤਰੇ ਕਤਰੇ 'ਚੋਂ ਆਵਾਜ਼ ਆਉਂਦੀ ਹੈ। ਆ ਹੈ ਪ੍ਰੇਮ ਦੀ ਹੱਦ, ਇਹਨੂੰ ਕਹਿੰਦੇ ਹੈ ਇਹ ਸਿਰ ਤੋਂ ਪਰੇ ਦਾ ਰਾਹ। ਸਿਰ ਤੋਂ ਪਰੇ ਡੇਰਾ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ 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 ਜਿੰਦੇ ਹੈ ਪ੍ਰੇਮ ਦਾ। ਇਹ ਸਿਰ ਤੋਂ ਪਰੇ ਦੀ ਗੱਲ ਹੈ। ਜੈ ਤਨ ਵਿਸ਼ਕੀ ਬੇਲੜੀ ਗੁਰੂ ਮੋਤੀਆ ਖਾਨ, ਸਿਰ ਦੀਏ ਜੇ ਗੁਰ ਮਿਲੇ ਤੋ ਵੀ ਸਸਤਾ ਜਾਣ। ਇਹ ਫਿਰ ਵੀ ਸੌਦਾ ਸਸਤਾ ਹੀ ਹੈ, ਸਿਰ ਤੋਂ ਪਰੇ ਦਾ ਰਾਹ। ਸਿਰ ਤੋਂ ਪਰੇ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ 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 ਜਿੰਦੇ ਹੈ ਪ੍ਰੇਮ ਦਾ। ਡੇਰਾ ਜੀ ਪ੍ਰੇਮ ਦਾ, ਡੇਰਾ ਜੀ ਪ੍ਰੇਮ ਦਾ, ਡੇਰਾ ਜੀ ਪ੍ਰੇਮ ਦਾ, ਡੇਰਾ ਜੀ ਪ੍ਰੇਮ, ਡੇਰਾ ਜੀ ਪ੍ਰੇਮ ਦਾ, ਡੇਰਾ ਜੀ ਪ੍ਰੇਮ ਦਾ, ਸਿਰ ਤੋਂ ਪਰੇ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ ਜਿੰਦੇ ਹੈ ਪ੍ਰੇਮ ਦਾ, ਸਿਰ ਤੋਂ ਪਰੇ ਡੇਰਾ ਜਿੰਦੇ ਹੈ ਪ੍ਰੇਮ ਦਾ। ਇਹ ਭਗਤੀ ਦਾ ਰਾਹ, ਸਿਰ ਤੋਂ ਪਰੇ ਦਾ ਰਾਹ। ਉਹਦੇ ਤਿੰਨੇ ਸਵਾਲਾਂ ਦਾ ਜਵਾਬ ਮਨਸੂਰ ਨੇ ਦਿੱਤਾ ਹੈ। ਤਿਆਗ ਦੀ ਹੱਦ ਕੀ ਹੈ, ਦਾਨ ਦੀ ਹੱਦ ਕੀ ਹੈ, ਪ੍ਰੇਮ ਦੀ ਹੱਦ ਕੀ ਹੈ। ਤਿੰਨੇ ਸਵਾਲਾਂ ਦਾ ਜਵਾਬ ਦਿੱਤਾ। ਇਹ ਹੈ ਰੱਬ ਦੇ ਪਿਆਰਿਆਂ ਦੀ ਕਥਾ। ਹਜੂਰ ਕਹਿੰਦੇ ਆ ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਰੇ। ਉਹਨਾਂ ਦੀ ਗੱਲ ਐਂ ਵੱਖਰੀ ਹੈ ਸੰਸਾਰ ਤੋਂ। ਇਸ ਵਾਸਤੇ ਮਹਾਰਾਜ ਨੇ ਬਾਣੀ ਵਿੱਚ ਉਹਨਾਂ ਨੂੰ 3 ਵਾਰੀ ਧੰਨ ਆਖਿਆ। ਧੰਨ 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 ਜਨ ਆਇਆ। ਉਹਨਾਂ ਦਾ ਆਉਣਾ ਵੀ ਧੰਨ ਹੈ, ਉਹਨਾਂ ਦਾ ਰਹਿਣਾ ਵੀ ਧੰਨ, ਉਹਨਾਂ ਦਾ ਜਾਣਾ ਵੀ ਧੰਨ ਹੈ। ਸੋ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਜਿੱਥੋਂ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਆਪਾਂ ਸਮਾਪਤੀ ਵੱਲ ਜਾਈਏ। ਸੋ ਗੁਰਮੁਖੋ, ਜ਼ਿੰਦਗੀ ਲੰਘਦੀ ਜਾਂਦੀ ਹੈ, ਸਮਾਂ ਬੀਤਦਾ ਜਾਂਦਾ ਹੈ। ਮਹਾਤਮਾ ਕਹਿੰਦੇ ਹੁੰਦੇ ਸੀ, बीत गई सो बीत गई तकदीर का शिकवा कौन करे, जो तीर कमान से निकल गया उस तीर का पीछा कौन करे। ਜਿਹੜਾ ਸਮਾਂ ਲੰਘ ਗਿਆ ਤੇਰਾ ਉਹ ਤੇ ਲੰਘ ਗਿਆ, ਤੂੰ ਰਹਿੰਦੇ ਨੂੰ ਸਫਲ ਬਣਾ। ਰੱਬ ਦੇ ਨਾਮ ਦੀ ਕਮਾਈ ਕਰਦਾ ਰਹੇ, ਨਾਮ ਜਪਦਾ ਰਹੇ, ਸਿਮਰਨ ਕਰਦਾ ਰਹੇ, ਫਿਰ ਤੇਰਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਊਗਾ। ਆਪੋ ਆਪਣੇ ਧਰਮਾਂ ਦੇ ਵਿੱਚ ਮਹਾਰਾਜ ਕਹਿੰਦੇ ਪੱਕੇ ਰਹੋ ਤੇ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ, ਆਪਣੇ ਆਪਣੇ ਧਰਮ ਨੂੰ ਪਿਆਰ ਕਰੋ। ਗੁਰਮੁਖੋ, ਇਹ ਨਹੀਂ ਹੁੰਦਾ ਆਪਾਂ ਕਿਸੇ ਦੇ ਧਰਮ ਦੀ ਨਿੰਦਿਆ ਕਰਦੇ ਰਹੀਏ,
ਤੇ ਸਾਡੇ ਧਰਮ ਦੀ ਲੋਕ ਵਡਿਆਈ ਕਰਦੇ ਰਹੇ। ਆਪਾਂ ਲੋਕਾਂ ਦੇ ਬਾਪੂ ਨੂੰ ਕੱਢੀਏ ਗਾਲਾਂ ਤੇ ਸਾਡੇ ਬੁੜੇ ਨੂੰ ਲੋਕ ਹਾਰ ਪਾਉਣ, ਇਹ ਨਹੀਂ ਹੋਊਗਾ। ਲੋਕਾਂ ਦੀਆਂ ਬੁੜੀਆਂ ਨੂੰ ਤੂੰ ਗਾਲਾਂ ਕੱਢਦਾ ਫਿਰੇ ਤੇ ਤੇਰੀ ਬੇਬੇ ਦੇ ਕੋਈ ਹਾਰ ਪਾਵੇ, ਇਹ ਨਹੀਂ ਹੋਊਗਾ। ਸਤਿਕਾਰ ਕਰਨਾ ਪਊਗਾ ਸਾਰਿਆਂ ਧਰਮਾਂ ਦਾ। ਹਜੂਰ ਕਹਿੰਦੇ ਐ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਾਰਿਆਂ ਦਾ ਪਿਤਾ ਇੱਕੋ ਹੀ ਅਕਾਲ ਪੁਰਖ ਹੈ। ਸਾਰਿਆਂ ਧਰਮਾਂ ਦਾ ਸਤਿਕਾਰ ਕਹੋ। ਤੁਮ ਰਾਮ ਕਹੋ ਬੋ ਰਹੀਮ ਕਹੇ, मतलब तो एक अल्लाह से है। तुम पंथ कहो वो राहगीर कहे, मतलब तो उसकी राह से है। क्यों लड़ते हो नादान बंदे, तेरी सब ख्याम ख्याली है पेड़ की जड़ तो एक वही, हर मजहब डाली डाली है। पेड़ दी जड़ इको ही है, पत्ते अलग अलग होंगे है, टाहनियां अलग अलग होंगी, अकाल पुरख इको ही है। ये सारे धर्म तैनू निरंकार तक ही ले जाते हैं। ਆਪੋ ਆਪਣੇ ਧਰਮਾਂ ਦਾ ਸਤਿਕਾਰ ਕਰੋ ਤੇ ਆਪਦੇ ਧਰਮ ਨਾਲ ਗੁਰਮੁਖੋ ਪਿਆਰ ਕਰੋ। ਮਹਾਰਾਜ ਕਹਿੰਦੇ ਆ ਸਾਰਿਆਂ ਦਾ ਇੱਕੋ ਹੀ ਪਿਤਾ ਅਕਾਲ ਪੁਰਖ ਹੈ। ਆਓ ਆਪਾਂ ਸਮਾਪਤੀ ਵੱਲ ਜਾਂਦੇ ਆ। ਸੋ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਹਰਮੇਲ ਸਿੰਘ ਜੀ, ਵੇਖ ਲਓ ਬੈਂਕ ਦੀ ਨੌਕਰੀ ਵੀ ਕਰਦੇ ਏ, ਕਿਰਤ ਕਮਾਈ ਜੋ ਗੁਰੂ ਦੇ ਘਰ ਦਾ ਹੁਕਮ ਹੈ। ਕਾਲ ਖਾਏ ਕਿਛ ਹੱਥੋਂ ਦੇ, ਹਜੂਰ ਕਹਿੰਦੇ ਐ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਵੀ ਦਾਨ ਪੁੰਨ ਕਰੀ। ਇਹ ਨਹੀਂ ਵੀ ਆਪ ਹੀ ਖਾਈ ਜਾਈ, ਕਿਸੇ ਨੂੰ ਵੰਡ ਕੇ ਛਕੀ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਫਿਰ ਤੈਨੂੰ ਰੱਬ ਦਾ ਰਸਤਾ ਮਿਲ ਜੂਗਾ। ਕਿਰਤ ਕਮਾਈ ਕਰਦਾ ਵੀ ਦਾਨ ਪੁੰਨ ਕਰਦਾ ਰਹੀਂ। ਪੁੰਨ ਦਾਨ ਕਾ ਕਰੇ ਸ਼ਰੀਰ, ਸੋ ਗਿਰਹੀ ਗੰਗਾ ਕਾ ਨੀਰ। ਵੇਖ ਲਓ ਗੰਗਾ ਦੇ ਪਾਣੀ ਦੀ, ਗੰਗਾ ਦੇ ਜਲ ਦੀ ਕਿੰਨੀ ਮਹਾਨਤਾ ਸਾਡੇ ਬ੍ਰਾਹਮਣ ਵੀਰਾਂ ਦੇ ਵਿੱਚ। ਕਿਵੇਂ ਗੰਗਾ 'ਚ ਇਸ਼ਨਾਨ ਕਰਦੇ ਆ, ਗੰਗਾ ਦੇ ਜਲ ਦੀਆਂ ਬੋਤਲਾਂ ਭਰ ਭਰ ਕੇ ਰੱਖਦੇ ਆ। ਕਿੰਨਾ ਪਵਿੱਤਰ ਮਾਤਾ ਗੰਗਾ ਜੀ ਦਾ ਜਲ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਖੁਦ ਗੰਗਾ ਦੇ ਜਲ ਜਿੰਨਾ ਪਵਿੱਤਰ ਹੋ ਜਾਏਗਾ। ਪੁੰਨ ਦਾਨ ਕਾ ਕਰੇ ਸ਼ਰੀਰ, ਸੋ ਗਿਰਹੀ ਗੰਗਾ ਕਾ ਨੀਰ। ਤੂੰ ਆਪਣੇ ਸਰੀਰ ਨੂੰ ਦਾਨ ਪੁੰਨ ਵਿੱਚ ਲਾ ਦੇ, ਗੰਗਾ ਦੇ ਜਲ ਜਿੰਨਾ ਪਵਿੱਤਰ ਹੋ ਜਾਏਗਾ। ਸਾਡੇ ਬਹੁਤ ਪਿਆਰ ਵਾਲੇ ਇਹ ਬਾਬਾ ਜੀ ਹਰਮੇਲ ਸਿੰਘ, ਬੜਾ ਪਿਆਰ ਆ ਦਾਸ ਦਾ। ਬੜੇ ਚਿਰ ਤੋਂ ਕਹਿੰਦੇ ਆਉਂਦੇ ਆ ਬਾਬਾ ਜੀ ਸਾਡੇ ਨਗਰ ਵਿੱਚ ਸਮਾਂ ਰੱਖਿਓ, ਸਾਡੇ ਨਗਰ ਵਿੱਚ ਸਮਾਂ ਰੱਖਿਓ। ਸੋ ਮਹਾਰਾਜ ਨੇ ਕਿਰਪਾ ਕਰਤੀ ਆ, ਸੁਭਾਗਾ ਸਮਾਂ ਆਪਾਂ ਨੂੰ ਮਿਲਿਆ। ਬੈਂਕ ਦੀ ਨੌਕਰੀ ਵੀ ਕਰਦੇ ਏ, ਕਿਰਤ ਕਮਾਈ ਵੀ ਕਰਦੇ ਏ ਤੇ ਰੱਬ ਦਾ ਨਾਮ ਵੀ ਲੈਂਦੇ ਏ। ਦਾਨ ਪੁੰਨ ਦੇ ਵਿੱਚ ਸਰੀਰ ਲਾਇਆ ਹੋਇਆ ਹੈ। ਵੇਖ ਲਓ ਕਿਵੇਂ ਗੁਰਮੁਖੋ, ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਵੱਡੇ ਵੱਡੇ ਲੰਗਰ ਤਾਂ ਅਸੀਂ ਲਾ ਦਿੰਦੇ ਹਾਂ, ਪਰ ਜਿਹੜੇ ਲੰਗਰ ਇਹ ਬਾਬਾ ਜੀ ਲਾਉਂਦੇ ਇਹ ਤਾਂ ਬੜੀ ਕਮਾਲ ਦੀ ਗੱਲ ਹੈ। ਬੋਰੀਆਂ ਭਰ ਕੇ ਆਟੇ ਦੀਆਂ, ਚੌਲਾਂ ਦੀਆਂ, ਵੇਖ ਲਓ ਐਂ ਕੀੜਿਆਂ ਦੇ ਭੌਣ ਤੇ ਪਾਈ ਜਾਂਦੇ ਆ। ਪਸ਼ੂਆਂ ਪੰਛੀਆਂ ਵਾਸਤੇ ਕਿੰਨਾ ਕੁਝ ਕਰਦੇ ਇਹ ਕਿੱਡਾ ਵੱਡਾ ਦਾਨ ਹੈ ਗੁਰਮੁਖੋ। ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਨਹੀਂ ਹੋਰ। ਨਹੀਂ ਵੇਖ ਲਓ ਜੀਵ ਹੱਤਿਆ ਦੁਨੀਆ ਕਰਦੀ ਏ, ਕੌਣ ਪੁੱਛਦਾ ਕੀੜਿਆਂ ਮਕੌੜਿਆਂ ਨੂੰ। ਇਹ ਦੇਖ ਲਓ ਕੀੜਿਆਂ ਮਕੌੜਿਆਂ ਦੇ ਭੌਣਾਂ ਤੇ ਬੋਰੀਆਂ ਭਰ ਭਰ ਕੇ ਚੌਲਾਂ ਦੀਆਂ, ਆਟੇ ਦੀਆਂ ਪਾਉਂਦੇ ਫਿਰਦੇ ਏ। ਸਭ ਜਗ੍ਹਾ ਮਹਾਰਾਜ ਕਹਿੰਦੇ ਨਿਰੰਕਾਰ ਨੂੰ ਦੇਖ। ਆਓ ਆਪਾਂ ਹੁਣ ਸਮਾਪਤੀ ਵੱਲ ਜਾਣਾ ਹੈ। ਧੰਨਵਾਦ ਸਾਰੀ ਸੰਗਤ ਦਾ, ਬਾਬਾ ਜੀ ਦਾ, ਹੋਰ ਵੀ ਮਹਾਪੁਰਸ਼ ਆਏ ਹੈ। ਬਹੁਤ ਪਿਆਰ ਹੈ ਭਾਈ ਤੁਹਾਡਾ ਸੰਗਤਾਂ ਦਾ, ਬੜਾ ਪਿਆਰ ਦਾ ਸਬੂਤ ਦੇ ਕੇ ਤੁਸੀਂ ਆਨੰਦ ਮਾਣਿਆ। ਜਦੋਂ ਅਸੀਂ ਆਏ ਸੀ ਮੈਂ ਕਿਹਾ ਵੀ ਰੌਲਾ ਗੋਲਾ ਜਿਹਾ ਜ਼ਿਆਦੇ ਹੈ, ਉੱਤੋਂ ਗਰਮੀ ਵੀ ਬਹੁਤ ਹੈ, ਵੀ ਬੈਠੂਗਾ ਕੌਣ ਇੱਥੇ। ਪਰ ਤੁਸੀਂ ਤਾਂ ਆਏ ਵੇਖ ਲਓ ਸਮਾਧੀਆਂ ਲਾ ਕੇ ਬੈਠੇ ਸੁਣਦੇ ਹੋ। ਤੁਹਾਡਾ ਦੇਣ ਕਿੱਥੋਂ ਦਿਆਂਗੇ ਭਾਈ, ਐਡੀ ਗਰਮੀ 'ਚ ਬਹਿ ਕੇ ਤੁਸੀਂ ਸੁਣਿਆ। ਬੜਾ ਧੰਨਵਾਦ ਹੈ ਤੁਹਾਡਾ। ਜਿੱਥੇ ਤੁਹਾਡੇ ਤਨ ਮਹਾਰਾਜ ਨਾਲ ਜੁੜੇ ਹੈ, ਸਾਡੇ ਮਨ ਵੀ ਗੁਰੂ ਨਾਲ ਜੁੜ ਜਾਣਾ। ਅਸੀਂ ਮਨ ਕਰਕੇ ਵੀ ਰੱਬ ਦੇ ਨੇੜੇ ਆ ਜਾਈਏ। ਸੋ ਗੁਰਮੁਖੋ ਮਹਾਰਾਜ ਕਿਰਪਾ ਕਰਨ। ਇਹ ਮਹਾਰਿਸ਼ੀ ਸਵਾਮੀ ਵਾਲਮੀਕ ਜੀ ਮਹਾਰਾਜ ਦਾ ਆਸ਼ਰਮ ਹੈ। ਵਾਲਮੀਕ ਜੀ ਮਹਾਰਾਜ ਆਈ ਤੁਹਾਨੂੰ, ਤੁਹਾਡੀਆਂ ਝੋਲੀਆਂ ਆਈ ਖੁਸ਼ੀਆਂ ਨਾਲ ਭਰਦੇ ਰਹਿਣ, ਤੁਹਾਡੇ ਤੇ ਆਈ ਕਿਰਪਾ ਹੁੰਦੀ ਰਹੇ। ਆਓ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਾਰਿਆਂ ਦਾ ਬਾਪ ਇੱਕੋ ਹੀ ਹੈ। ਇਹ ਝਗੜਿਆਂ ਝਮੇਲਿਆਂ ਨੂੰ ਛੱਡ ਕੇ ਇੱਕ ਨਿਰੰਕਾਰ ਦੇ ਨਾਲ ਮਹਾਰਾਜ ਕਹਿੰਦੇ ਪਿਆਰ ਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ, ਬਚਨ ਹੈ, ਇੱਕ ਪਿਤਾ ਦੇ ਪੁੱਤਰ ਅਸੀਂ ਸਾਰੇ, ਜੋ ਮਰਜੀ ਬਣੇ ਫਿਰੀਏ। ਵੰਡੀਆਂ ਬੜੀਆਂ ਪਾਈਆਂ ਨੇ ਸੰਸਾਰ ਦੇ ਲੋਕਾਂ ਨੇ,
ਆ ਫਲਾਣੇ ਧਰਮ ਦੇ ਨੇ, ਆ ਫਲਾਣੀਆਂ ਜਾਤਾਂ ਦੇ ਐ, ਚੀਕਾਂ ਮਾਰਨ ਨੂੰ ਨਹੀਂ ਹਟਦਾ ਸੌਣ ਤੇਰਾ, ਸੈੱਟ ਕਰ ਇਹਨੂੰ। ਇਹ ਸੰਸਾਰ ਦੇ ਉੱਤੇ ਆ ਕੇ ਮਹਾਰਾਜ ਕਹਿੰਦੇ ਨੇ ਤੂੰ ਪਿਆਰ ਦਾ ਪੈਗਾਮ ਵੰਡ, ਸ਼ਾਂਤੀ ਦਾ ਪੈਗਾਮ। ਰੋਲਾ ਕਚੋਲਾ, ਝਗੜੇ ਝਮੇਲੇ, ਦੁਨੀਆ ਤੇ ਪਹਿਲਾਂ ਹੀ ਲਹੂ ਲਹਾਨ ਹੋਈ ਪਈ ਏ, ਹੁਣ ਪਿਆਰ ਦਾ ਕੋਈ ਸੰਦੇਸ਼ ਵੰਡਣਾ ਚਾਹੀਦਾ ਹੈ। ਹੁਣ ਇੱਥੇ ਕੋਈ ਪਿਆਰ ਦਾ ਪੈਗਾਮ ਵੰਡਣਾ ਚਾਹੀਦਾ ਹੈ। ਧੰਨ ਗੁਰੂ ਰਵਿਦਾਸ ਮਹਾਰਾਜ ਨੇ ਪਿਆਰ ਦਾ ਹੀ ਪੈਗਾਮ ਦਿੱਤਾ ਹੈ। ਧੰਨ ਮਹਾਰਿਸ਼ੀ ਵਾਲਮੀਕ ਜੀ ਮਹਾਰਾਜ ਨੇ ਪਿਆਰ ਦਾ ਪੈਗਾਮ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆਰ ਦਾ ਸੁਨੇਹਾ, ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਏ। ਇੱਕ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਓਏ ਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਓਏ ਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕ ਪਿਤਾ ਦੇ ਬੋਲੋ ਭਾਈ, ਵਾਹ ਵਾਹ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਓ ਰਹੀਏ ਭਾਈ ਭਾਈ ਬਣ ਕੇ। ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। तुलसी इस संसार में सबसे मिलिए पाए, सब ना प्यार ना बरतन। क्या जाने किस भेष में नारायण मिल जाए, खबरा रब तेनू किहड़े रूप च मिल जूगा। बंदा आप मूर्तियां बना के कहंदा है ਇਹ ਭਗਵਾਨ ਹੈ, ਪਰ ਆ ਜਿਹੜੀਆਂ ਮੂਰਤਾਂ ਰੱਬ ਨੇ ਘੜੀਆਂ ਤੂੰ ਇਹਨਾਂ 'ਚ ਫਰਕ ਕਰਦਾ ਹੈ। ਇਹ ਫਲਾਣੀ ਜਾਤ ਦੇ ਹੈ, ਇਹ ਫਲਾਣੇ ਧਰਮ ਦੇ, ਫਲਾਣੇ ਮਜ਼ਹਬ ਦੇ। ਨਹੀਂ ਨਹੀਂ, ਖਬਰਾਂ ਰੱਬ ਤੈਨੂੰ ਕਿਹੜੇ ਰੂਪ 'ਚ ਮਿਲ ਜੂਗਾ। ਤੂੰ ਸਾਰਿਆਂ ਨਾਲ ਹੀ ਪਿਆਰ ਬਣਾ ਕੇ ਰੱਖ, ਮਹਾਰਾਜ ਕਹਿੰਦੇ। ਹੈਲੋ ਹੈਲੋ, ਉਹ ਬੈਠ ਜਾਓ ਬਾਈ, ਸਾਰੇ ਜਣੇ ਤੁਰ ਕੇ ਨਾ ਜਾਓ, ਹੁਣ 2 ਮਿੰਟ ਬੈਠ ਜਾਓ। ਆਓ ਹੁਣ ਆਪਾਂ ਸਮਾਪਤੀ ਕਰਦੇ ਹਾਂ। ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰ ਦਿਆਂਗੇ। ਬਾਕੀ ਜੋ ਇਸ ਦਰ ਘਰ ਦੀ ਮਰਿਆਦਾ ਹੈ, ਉਹ ਬਾਬਾ ਜੀ ਫਿਰ ਸਮਾਪਤੀ ਕਰਨਗੇ ਤੇ ਕੜਾਹ ਪ੍ਰਸ਼ਾਦ ਵਰਤ ਜੂਗਾ। ਕੋਈ ਨਾ, ਹੁਣ ਕਾਹਲ ਨਾ ਕਰਿਓ। ਉਦਾਂ ਬੜੇ ਪਿਆਰ ਨਾਲ ਤੁਸੀਂ ਬੈਠੇ ਹੋ। ਦੁਬਾਰਾ ਫੇਰ ਤੁਹਾਡਾ ਧੰਨਵਾਦ ਕਰਦੇ ਹਾਂ। ਆਓ ਆਪਾਂ ਸਮਾਪਤੀ ਕਰੀਏ। ਸ਼ਲੋਕ 'ਚ ਬੋਲਿਓ ਗੱਜ ਵੱਜ ਕੇ। ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ, ਦੇਵ ਸਰਾਤ ਦੋਏ ਦਾਈ ਦਾਇਆ, ਕੇਲੇ ਸਗਲ ਜਗਤ। ਕਰਮੀ ਆਪੋ ਆਪਣੀ, ਕੇ ਨੇੜੇ ਕਹਿ ਤੂੰ। ਜਿਨੇ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।